ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ। ਸਿਮਰੋ ਅੰਗਦ ਦੁਖ ਨਿਕੰਦਨਾ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਸੱਚ ਸੱਚ ਬਲਹਾ ਸੁਖ ਦੇਤ ਵਡੇਰਾ। ਤਜਾ ਕੋਰ ਦੁਖ ਦਇਆ ਕਨੇਰਾ। ਮੈਤਰੀ ਭਾਵ ਪਰ ਸੁਖ ਪਿਖ ਤਪਤ ਔਰ ਨਾਹੀ। ਪਾਪ ਬੇਅਰਥ ਹੋਤ ਸਿਰ ਤਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਰਹਿਣੀ ਰਹੇ ਸੋਈ ਸੁਖ ਮੇਰਾ, ਸੋ ਸਹਿ ਮੈਂ ਤਿਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਰਹਿਤ ਬਿਨਾ ਨਾ ਸਿੱਝੈ ਕੋਈ, ਤਾਂ ਤੇ ਰਹਿਤ ਸੋ ਦ੍ਰਿੜ ਕਰ ਹੋਈ। ਇਹ ਜਿਹੜੇ ਬਚਨ ਚੱਲ ਰਹੇ ਹਨ ਸਾਡੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵੱਲੋਂ ਦੱਸੇ ਜਾ ਰਹੇ ਹਨ ਕਿ ਗੁਰਸਿੱਖੀ ਨੂੰ ਨਿਭਾਉਣ ਵਾਸਤੇ ਸਾਡੇ ਜੀਵਨ ਵਿੱਚ ਰਹਿਤ ਬਹਿਤ ਰਹਿਣੀ ਬਹਿਣੀ ਕਹਿਣੀ ਸਹਿਣੀ ਆਦਿ ਕਿੱਦਾਂ ਦੀ ਹੋਣੀ ਚਾਹੀਦੀ ਆ। ਸੋ ਪਿਛਲੇ ਦਿਨੀ ਆਪਾਂ ਸਰਵਣ ਕੀਤਾ ਕਿ ਮਨੁੱਖ ਨੂੰ ਸੱਚ ਬੋਲਣਾ ਚਾਹੀਦਾ। ਸੱਚ ਬੋਲਣ ਦੇ ਵਿੱਚ ਸੁੱਖ ਹੈ ਅਤੇ ਝੂਠ ਬੋਲਣ ਵਿੱਚ ਦੁੱਖ ਹੈ। ਕੂਰ ਤਜੋ ਕੂਰ ਦੁਖਦਾਈ ਘਨੇਰਾ। ਝੂਠ ਜਿਹੜਾ ਹੈ ਉਹ ਦੁਖਦਾਈ ਹੈ। ਭਾਵੇਂ ਇੱਕ ਝੂਠ ਨੂੰ ਛੁਪਾਉਣ ਵਾਸਤੇ ਉੱਤੋਂ ਦੀ 100 ਝੂਠ ਹੋਰ ਬੋਲਦੇ ਹੋ, ਉਹਦਾ ਖਤਰਾ ਟਲਦਾ ਨਹੀਂ। ਉਹਦੇ ਪ੍ਰਗਟ ਹੋਣ ਦਾ ਉਸ ਦੇ ਨੁਕਸਾਨ ਦਾ ਖਤਰਾ ਬਣਿਆ ਹੀ ਰਹੂਗਾ। ਸੱਚ ਇੱਕ ਵਾਰੀ ਕਹਿਣਾ ਕੰਮ ਨਿਬੜਿਆ, ਉਸ ਨੂੰ ਛੁਪਾਉਣ ਦੀ ਲੋੜ ਨਹੀਂ। ਉਹਦਾ ਖਤਰਾ ਵੀ ਨਾਲ ਦੀ ਨਾਲ ਹੀ ਖਤਮ। ਇੱਕ ਵਾਰੀ ਸੱਚ ਬੋਲਤਾ ਬਸ ਬੋਲਤਾ। ਇਸੇ ਕਰਕੇ ਭਾਈ ਸਾਹਿਬ ਜੀ ਕਹਿ ਰਹੇ ਹਨ ਕਿ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ, ਝੂਠ ਦਾ ਤਿਆਗ ਕਰਨਾ ਚਾਹੀਦਾ। ਅੱਗੇ ਹੋਰ ਵੀ ਕੁਝ ਵਿਚਾਰਾਂ ਬਖਸ਼ਿਸ਼ ਕਰਦੇ ਹਨ। ਆਪਾਂ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੱਚ ਸੱਚ ਬੋਲਹੁ ਸੁਖ ਦੇਤ ਵਡੇਰਾ। ਤਾਜਾ ਕੋਰ ਦੁਖ ਦਇਆ ਕਨੇਰਾ। ਤਜੋ ਕੂਰ ਦੁਖਦਾਈ। ਝੂਠ ਦੁਖਦਾਈ ਹੈ, ਸੱਚ ਸੁਖਦਾਈ ਹੈ। ਇਸ ਕਰਕੇ ਸੱਚ ਗ੍ਰਹਿਣ ਕਰੋ, ਦੁੱਖ ਤਿਆਗ ਆਪਣਾ, ਝੂਠ ਤਿਆਗਣਾ ਕਰੋ ਜੀ। ਮੈਤਰੀ ਭਾਵਾ ਪਰ ਸੁਖ ਪਿਖ ਤਪਤ ਔਰ ਨਾਹੀ।
ਪਾਪ ਬੇਅਰਥ ਹੋਤ ਸਿਰ ਤਾਹੀ। ਹਮੇਸ਼ਾ ਸੰਸਾਰ ਦੇ ਨਾਲ ਮੈਤਰੀ ਭਾਵ ਦੇਖੋ, ਮਿੱਤਰਤਾ ਰੱਖੋ, ਚੰਗਾ ਸੋਚੋ। ਦੂਸਰੇ ਦੀ ਖੁਸ਼ੀ ਦੇਖ ਕੇ ਤੁਸੀਂ ਈਰਖਾ ਨਾ ਕਰੋ। ਜੇ ਈਰਖਾ ਕਰੋਗੇ ਤੇ ਉਹਦਾ ਕੁਝ ਨਹੀਂ ਵਿਗੜਨਾ, ਤੇ ਆਪਾਂ ਐਵੇਂ ਸੜਦੇ ਰਹਾਂਗੇ। ਬਿਨਾਂ ਗੱਲ ਤੋਂ ਤੇਜ਼ਾਬ ਬਣੀ ਜਾਊਗਾ, ਅੰਦਰ ਪਿੱਤਾ ਸੜੀ ਜਾਊਗਾ। ਦੇਖ ਲਿਓ ਤਜਰਬਾ ਕਰਕੇ, ਕਦੇ ਇਹੋ ਜਿਹੀ ਗੱਲ ਬਣੇ ਤਾਂ ਫਿਰ ਅੰਦਰ ਝਾਤੀ ਮਾਰਿਓ ਵੀ ਈਰਖਾ ਕਰਨ ਦੇ ਨਾਲ ਕੀ ਨੁਕਸਾਨ ਹੋ ਰਿਹਾ ਆਪਾਂ ਨੂੰ। ਕੋ ਸਤਨਾਮ ਸੀ, ਖੁਦ ਹੀ ਦੁਖੀ ਹੋ ਜਾਵਾਂਗੇ। ਜਿਹਦੇ ਨਾਲ ਈਰਖਾ ਕਰਦੇ ਆ ਉਹਨੂੰ ਕੋਈ ਫਰਕ ਨਹੀਂ ਪੈਣਾ, ਉਹਨੂੰ ਪਤਾ ਵੀ ਨਹੀਂ ਲੱਗਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਕਿਸੇ ਦਾ ਬੁਰਾ ਨਾ ਸੋਚੋ, ਤੁਹਾਡਾ ਕਦੇ ਬੁਰਾ ਨਹੀਂ ਹੋਵੇਗਾ। ਕਿਉਂਕਿ ਸਾਡੇ ਦਿਮਾਗ ਦੇ ਵਿੱਚੋਂ ਨਿਕਲੀਆਂ ਹੋਈਆਂ ਤਰੰਗਾਂ ਦਿਸਦੀਆਂ ਨਹੀਂ, ਤੁਹਾਡੇ ਮੋਬਾਈਲ ਦੀਆਂ ਤਰੰਗਾਂ ਵੀ ਦਿਸਦੀਆਂ ਨਾ। ਇੱਦਾਂ ਹੀ ਜਿਵੇਂ ਮੋਬਾਈਲ ਦੀਆਂ ਤਰੰਗਾਂ ਜਾਂਦੀਆਂ ਦੂਜੇ ਮੋਬਾਈਲ ਨਾਲ ਟਕਰਾਉਂਦੀਆਂ, ਫਿਰ ਉੱਧਰੋਂ ਆਵਾਜ਼ ਆਉਂਦੀ ਹੈ, ਦਿਸਦੀ ਤਾਂ ਨਹੀਂ ਨਾ, ਸੁਣਦੇ ਆ। ਇਸੇ ਤਰ੍ਹਾਂ ਹੀ ਸਾਡੇ ਦਿਮਾਗ ਦੀ ਸੋਚ ਵਿੱਚੋਂ ਨਿਕਲੀਆਂ ਤਰੰਗਾਂ ਦਿਸਦੀਆਂ ਨਹੀਂ, ਪਰ ਜਿਹਦੇ ਬਾਰੇ ਸੋਚੋਗੇ ਉਹਦੇ ਨਾਲ ਜਾ ਕੇ ਟਕਰਾਉਣਗੀਆਂ। ਜਿਹੋ ਜਿਹਾ ਤੁਸੀਂ ਸੋਚੋਗੇ ਅੱਗੋਂ ਉਹੋ ਜਿਹਾ ਜਵਾਬ ਆਵੇਗਾ ਤਰੰਗਾਂ ਰਾਹੀਂ, ਉਹ ਆਪਣਾ ਬੁਰਾ ਸੋਚਣ ਲੱਗ ਜਾਏਗਾ। ਕਮਾਲ ਦੀ ਖੇਡ ਆ। ਬੜੀ ਸੂਖਮਤਾ ਦੇ ਵਿੱਚ ਜਾ ਕੇ ਮੇਰੇ ਪ੍ਰੀਤਮ ਨੇ ਇਹ ਬਚਨ ਬਖਸ਼ਿਸ਼ ਕੀਤਾ ਹੈ ਕਿ ਤੁਸੀਂ ਕਿਸੇ ਦਾ ਬੁਰਾ ਸੋਚੋ ਵੀ ਨਾ। ਸੋਚ ਕੇ ਵੀ ਅਸੀਂ ਬੀਜ ਲਿਆ ਪਾਪ ਬਿਅਰਥ ਹੋਠ ਸਿਰ ਤਾਹੀ। ਪਾਪਾਂ ਦਾ ਬੀਜ ਲਿਆ ਕਿਸੇ ਦੇ ਨਾਲ ਈਰਖਾ ਕਰਕੇ, ਤਾਂ ਤੇ ਸਾਡਾ ਕੁਝ ਸੌਰਨਾ ਹੀ ਨਹੀਂ, ਅਗਲੇ ਦਾ ਕੁਝ ਵਿਗੜਨਾ ਨਹੀਂ, ਤੇ ਸਾਡਾ ਵਿਗੜ ਜਾਣਾ। ਤੇ ਫਿਰ ਕਾਹਨੂੰ ਈਰਖਾ ਕਰੀਏ। ਤਾਂ ਤੇ ਸਭ ਦੇ ਨਾਲ ਮਿੱਤਰਤਾ ਬਣਾ ਕੇ ਰੱਖੋ ਜੀ। ਇੱਕ ਤਾਂ ਰਿਦਾ ਤਪੈ ਦੁਖ ਪਾਵੈ, ਭਿਖੋ ਭਲੇ ਕੁਛ ਹਾਥ ਨ ਆਵੈ। ਇੱਕ ਤਾਂ ਈਰਖਾ ਕਰਨ ਦੇ ਨਾਲ ਅਸੀਂ ਐਵੇਂ ਸੜੀ ਜਾਵਾਂਗੇ ਘਰੇ ਬੈਠੇ। ਲਗਭਗ ਇਹ ਗੱਲ ਆਪਣੇ ਨਾਲ ਵਰਤੀਵਾਨ ਹੈ, ਤੇ ਅਸੀਂ ਇਹ ਤਜਰਬਾ ਕਰ ਸਕਦੇ ਹਾਂ ਜ਼ਿੰਦਗੀ ਵਿੱਚ। ਜਦੋਂ ਵੀ ਐਸੀ ਕੋਈ ਘਟਨਾ ਘਟੇ ਤਾਂ ਤੁਸੀਂ ਆਪਦੇ ਅੰਦਰ ਝਾਤੀ ਮਾਰ ਕੇ ਦੇਖੋ। ਇੱਕ ਤਾਂ ਦਿਲ ਤੱਪੂਗਾ, ਹਿਰਦਾ ਤੱਪੂਗਾ, ਦੂਜਾ ਹੱਥ ਕੁਛ ਆਉਣਾ ਨਹੀਂ। ਪਰਮੇਸ਼ਰ ਕੋਪ ਕਰੰਤਾ, ਮੋਹਿ ਦਿਆ ਪਿਖ ਇਹ ਤਜਰੰਤਾ। ਔਰ ਤੀਸਰਾ ਨੁਕਸਾਨ, ਪਰਮੇਸ਼ਰ ਵੀ ਐਂਟੀ ਹੋ ਜਾਊਗਾ ਵੀ ਤੈਨੂੰ ਕੀ, ਮੈਂ ਦਿੱਤਾ ਤੂੰ ਕਿਉਂ ਸੜਦਾ। ਦੇਣ ਵਾਲਾ ਪਰਮੇਸ਼ਰ ਹੈ ਤੇ ਮਨੁੱਖ ਤੇ ਸੜਦਾ ਹੈ। ਤੇ ਪਰਮੇਸ਼ਰ ਵੀ ਕਹਿੰਦੇ ਕੋਪ ਕਹਿੰਦੇ ਆ ਗੁੱਸੇ ਨੂੰ। ਪੁਨ ਪਰਮੇਸ਼ਰ ਕੋਪ ਕਰੰਤਾ, ਪਰਮੇਸ਼ਰ ਵੀ ਗੁੱਸਾ ਕਰਦਾ ਇਸ ਵਿਸ਼ੇ ਤੇ। ਮੋਹੇ ਦਿਓ ਪਿਖ ਇਹ ਤਪੰਤਾ, ਇਹ ਜਰੰਤਾ। ਇਹ ਕਿਉਂ ਜਰੰਤਾ, ਇਹ ਕਿਉਂ ਜਲਦਾ, ਇਹ ਕਿਉਂ ਸੜਦਾ ਹੈ। ਇਸ ਕਰਕੇ ਇਹ ਚੀਜ਼ਾਂ ਤਿਆਗਣੇ ਯੋਗ ਹਨ। ਤਿਆਗਣੇ ਜੋਗ ਪਰਮ, ਇਤਿਆਦ ਕਾ ਇਸ ਮਹਿ ਬਾਦੋਖਾ। ਇਹ ਗੱਲ ਤਾਂ ਬਿਲਕੁਲ ਹੀ ਤਿਆਗ ਦੇਣੀ ਚਾਹੀਦੀ ਹੈ। ਈਰਖਾ, ਦੁਈ, ਦਵੈਤ, ਨਿੰਦਿਆ, ਚੁਗਲੀ, ਸਾੜਾ ਆਦਿ, ਇਹਨਾਂ 'ਚ ਕੋਈ ਫਾਇਦਾ ਨਹੀਂ। ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ। ਪਰ ਨਿੰਦਾ ਪਰਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਕੂੜ ਚੂੜਾ, ਚੂੜਾ ਜਿਹੜਾ ਜਾਤ ਨਹੀਂ ਹੈ। ਝੂਠ ਬੋਲਣ ਵਾਲੇ ਨੂੰ ਬਾਣੀ ਨੇ ਚੂੜਾ ਕਿਹਾ। ਅਸਲ ਵਿੱਚ ਚੂੜੇ ਦਾ ਕੰਮ ਕੀ ਹੈ? ਮਾਫ਼ ਕਰਨਾ, ਗੁੱਸਾ ਨਾ ਕਰ ਜੇ ਕੋਈ। ਜਿਹੜੀ ਆ ਸਫਾਈ ਕਰਦੇ ਆ, ਆਪਣੇ ਘਰਾਂ ਦੇ ਵਿੱਚੋਂ ਸਮਾਨ ਚੱਕ ਕੇ ਲਿਜਾਂਦੇ ਹੈ, ਬ੍ਰਾਹਮਣਾਂ ਨੇ ਉਹਨਾਂ ਨੂੰ ਸ਼ੂਦਰ ਚੂੜਾ ਜੀ ਐਸੇ ਨੀਵੇਂ ਨਾਮਾਂ ਦੇ ਨਾਲ ਉਹਨਾਂ ਨੂੰ ਬੁਲਾਇਆ ਕਿ ਉਹਨਾਂ ਅੰਦਰ ਹੀਨ ਭਾਵਨਾ ਪੈਦਾ ਕਰਤੀ, ਤੇ ਦੁਨੀਆ ਦੇ ਵਿੱਚ ਨਾ ਪਾੜੋ ਤੇ ਰਾਜ ਕਰੋ ਦੀ ਨੀਤੀ ਬਣਾਤੀ। ਕੋ ਸਤਨਾਮ। ਮਾੜਾ ਤਾਂ ਨਹੀਂ ਉਹ ਬੰਦਾ ਸਾਡੇ ਵਾਸਤੇ, ਅਸੀਂ ਗੰਦ ਪਾਉਣੇ, ਉਹ ਸਫਾਈ ਕਰਕੇ ਜਾਂਦਾ ਤੇ ਫਿਰ ਤਾਂ ਉਹ ਚੰਗਾ ਹੋਇਆ। ਉਸ ਬੰਦੇ ਦੇ ਨਾਲ ਤਾਂ ਫਿਰ ਜਿਹੜਾ ਬੰਦਾ ਉਹਨਾਂ ਨੂੰ ਮਾੜਾ ਕਹਿੰਦਾ ਹੈ, ਉਹਦੇ ਨਾਲੋਂ ਤਾਂ ਫਿਰ ਸੂਰ ਚੰਗਾ। ਕਬੀਰ ਸਾਕਤ ਤੇ ਸੁਕਰ ਭਲਾ। ਮਨਮੁਖ ਬੰਦੇ ਨਾਲੋਂ, ਨਿੰਦਿਆ, ਚੁਗਲੀ, ਦੂਈ, ਦਵੈਤ ਆਦਿ ਕਰਨ ਵਾਲੇ ਦੇ ਨਾਲੋਂ ਤਾਂ ਫਿਰ ਸੂਰ ਚੰਗੇ ਨੇ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਉ। ਸੂਰਾਂ ਵਾਲੇ ਪਿੰਡ ਰਹਿੰਦੇ ਹੋਣ ਨਾ ਤੇ ਸੂਰ ਘੁੰਮਦੇ ਹੋਣ ਗਲੀਆਂ ਵਿੱਚੋਂ, ਸਭ ਗੰਦਮੰਦ ਖਾ ਜਾਂਦੇ ਆ ਤੁਰੇ ਫਿਰਦੇ। ਕਹੋ ਸਤਨਾਮ। ਤੇ ਕਬੀਰ ਸਾਹਿਬ ਨੇ ਤਜਰਬਾ ਕੀਤਾ ਹੋਣਾ, ਕਾਸ਼ੀ 'ਚ ਰਹਿੰਦੇ ਆ, ਤੇ ਕਿਤੇ ਉਹ ਸੂਰਾਂ ਵਾਲੇ ਪਿੰਡ ਛੱਡ ਕੇ ਚਲੇ ਜਾਣ ਤੇ ਉਹਨਾਂ ਗਲੀਆਂ 'ਚ ਗੰਦ ਪੈ ਜੂ, ਕਿਸੇ ਨੇ ਚੱਕਣਾ ਨਹੀਂ। ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲਹਿ ਨਾ ਉਹ। ਹਲੇ ਸੂਰਾਂ ਵਾਲੇ ਨੂੰ ਕੋਈ ਯਾਦ ਕਰ ਲੂਗਾ, ਮਨਮੁਖ ਨੂੰ ਕਿਸੇ ਨੇ ਯਾਦ ਨਹੀਂ ਕਰਨਾ। ਕੋਈ ਸਤਨਾਮ।
ਸੂਰਾਂ ਵੱਲ ਨੂੰ ਫਿਰ ਵੀ ਯਾਦ ਕਰੂ ਯਾਰ, ਸੂਰ ਹੁੰਦੇ ਸੀ ਘੱਟੋ ਘੱਟ ਗਲੀਆਂ ਵਿੱਚ ਗੰਤਾ ਨਹੀਂ ਪੈਂਦਾ ਸੀ, ਤੇ ਮਨਮੁਖ ਨੂੰ ਕਿਸੇ ਨੇ ਯਾਦ ਨਹੀਂ ਕਰਨਾ। ਤਾਂ ਤੇ ਇੱਥੇ ਜਿਹੜਾ ਬਾਣੀ ਨੇ ਬਚਨ ਵਰਤਿਆ, ਕਿਉਂਕਿ ਇੱਕ ਥਾਂ ਮੈਂ ਕਥਾ ਕੀਤੀ ਹੈ, ਮੈਂ ਦੂਜੀ ਵਾਰ ਫਿਰ ਕਹਿੰਦਾ ਗੁੱਸਾ ਨਾ ਕਰ ਜਿਓ। ਚੂੜਾ ਸ਼ਬਦ ਜਿਹੜਾ ਹੈ, ਕਥਾ ਕੀਤੀ ਇਸੇ ਸ਼ਬਦ ਦੀ, ਕੂੜ ਚੂੜਾ, ਲੱਭ ਕੁੱਤਾ, ਕੂੜ ਚੂੜਾ। ਲਾਲਚ ਕਰਨ ਵਾਲੇ ਨੂੰ ਕੁੱਤਾ ਕਿਹਾ ਗਿਆ, ਝੂਠ ਬੋਲਣ ਵਾਲੇ ਨੂੰ ਚੂੜਾ ਕਿਹਾ ਗਿਆ। ਝੂਠ ਬੋਲਣਾ ਕੀ ਹੈ? ਈਰਖਾ ਕਰਨੀ ਕੀ ਹੈ? ਦੂਜੇ ਦਾ ਗੰਦ ਆਪਦੇ ਅੰਦਰ ਲੈ ਕੇ ਜਾਣਾ, ਸੋਚ ਵਿੱਚ, ਸੁਰਤ ਵਿੱਚ। ਤੇ ਉਹਨਾਂ ਦਾ ਕੰਮ ਕੀ ਹੈ? ਸਫਾਈ ਕਰਨੀ। ਤੇ ਬੰਦਾ ਝੂਠ ਬੋਲਣ ਵਾਲਾ, ਨਿੰਦਿਆ ਚੁਗਲੀ, ਈਰਖਾ ਕਰਨ ਵਾਲਾ, ਦੂਜੇ ਦੀ ਗੰਦਗੀ ਆਪਦੇ ਮੂੰਹ 'ਤੇ ਲਾ ਰਿਹਾ। ਪਰ ਨਿੰਦਾ, ਪਰ ਮਲ, ਮੁਖ ਸੁੱਧੀ, ਅਗਨ ਕ੍ਰੋਧ ਚੰਡਾਲ। ਇਸ ਕਰਕੇ ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ ਮੁਰਦਾਰ। ਜੇ ਕੋਈ ਕਹਿੰਦਾ ਇਸ ਤਾਂ ਬੜੇ ਵੀ ਸੱਚੇ ਸੁੱਚੇ ਧਰਮੀ ਬੰਦੇ ਆ, ਆਪਣਾ ਮਾਸ ਨਹੀਂ ਖਾਂਦੇ, ਸ਼ਰਾਬ ਨਹੀਂ ਪੀਂਦੇ, ਇਹ ਉਹ ਨਹੀਂ ਕਰਦੇ, ਪਰ ਜਦੋਂ ਕਿਸੇ ਨਾਲ ਠੱਗੀ ਮਾਰਦੇ ਆ ਤੇ ਉਹ ਤਾਂ ਬੰਦੇ ਦਾ ਖੂਨ ਪੀਂਦੇ ਆ। ਕੋਈ ਸਤਨਾਮ ਸੀ। ਠੱਗ ਖਾਧਾ ਮੁਰਦਾਰ, ਠੱਗੀ ਮਾਰ ਕੇ ਖਾਣਾ ਮੁਰਦੇ ਖਾਣ ਦੇ ਬਰਾਬਰ ਹੀ ਹੈ। ਠੱਗ ਖਾਧਾ ਮੁਰਦਾਰ। ਇਸ ਕਰਕੇ ਬਾਬਾ ਜੀ ਇਹ ਗੱਲਾਂ ਜਿਹੜੀਆਂ ਸਾਨੂੰ ਇੱਥੇ ਭਾਈ ਸਾਹਿਬ ਦੱਸ ਰਹੇ ਨੇ, ਗੁਰਬਾਣੀ ਵਿੱਚ ਵੀ ਵਿਰਾਜਮਾਨ ਹੈ ਬਚਨ। ਪ੍ਰੀਤਮ ਜੀ ਕਹਿੰਦੇ ਤਿਆਗਣੇ ਜੋਗ ਭਰਮ ਇਤਿਆਦਿਕ ਇਸ ਮੈਂ ਬਹੁ ਦੁੱਖ। ਇਹਨਾਂ ਗੱਲਾਂ ਵਿੱਚ ਬੜੇ ਔਗਣ ਹਨ, ਇਹਨਾਂ ਨੂੰ ਤਿਆਗਣਾ ਚਾਹੀਏ। ਸੰਤੋਖ ਲਾਲਚ ਧਜੈ ਧਰੈ ਸੰਤੋਖ। ਸੰਤੋਖ ਨੂੰ ਧਾਰਨ ਕਰੋ, ਲਾਲਚ ਨੂੰ ਤਿਆਗ ਨਾ ਕਰੋ ਜੀ। ਪਰਤਮ ਪਰ ਕੀ ਅੰਸਾ ਨਹ ਲਿਹਾ ਲਿਹਾ ਜੋ ਕਰਹਿ ਵਿਸੰਬਸਾ। ਵਿਦਵੰਸ, ਵਿਦਵੰਸ ਹੁੰਦਾ ਖਾਤਮਾ, ਨਾਸ਼। ਪਰਾਈ ਇਸਤਰੀ, ਪਰਾਇਆ ਧਨ, ਪਰ ਕੀ ਅੰਸ਼, ਕਿਸੇ ਦੀ ਵਸਤੂ ਕਦੇ ਵੀ ਗ੍ਰਹਿਣ ਨਾ ਕਰੋ, ਨਾ ਲਓ। ਲਹੇ ਜੋ ਕਰੇ ਵਿਦਵੰਸ। ਜਿਹੜਾ ਇਹ ਚੀਜ਼ਾਂ ਨਹੀਂ ਤਿਆਗਦਾ ਉਹ ਆਪਣੀ ਕੁੱਲ ਦਾ ਨਾਸ਼ ਕਰੇਗਾ। ਗੱਲਾਂ ਸਹੀ ਆ, ਸਾਇੰਟੀਫਿਕ ਗੱਲਾਂ ਹੈ, ਆਪਣੇ ਜੀਵਨ ਵਿੱਚ ਵਰਤਣ ਵਾਲੀਆਂ ਗੱਲਾਂ ਨੇ ਵਾਕਿਆ ਹੀ ਇਹ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਇਹਨਾਂ ਚੀਜ਼ਾਂ ਨੂੰ ਤਿਆਗ ਨਾ ਕਰੋ। ਕਿਸੇ ਦਾ ਹੱਕ, ਜਿਵੇਂ ਇਹੀ ਬਚਨ ਬਾਣੀ 'ਚੋਂ ਪੜ੍ਹ ਲਓ, ਹੱਕ ਪਰਾਇਆ ਨਾਨਕਾ ਉਹ ਸੁਅਰ ਉਸ ਗਾਏ। ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਠੱਗੀ ਮਾਰ ਕੇ ਖਾਣਾ। ਦਸਾਂ ਨੌਹਾਂ ਦੀ ਕਿਰਤ ਕਰਨ ਵਾਲਿਆਂ ਨਾਲ ਠੱਗੀ ਮਾਰਨਾ। ਤੇ ਗੁਰੂ ਪਿਆਰਿਓ ਠੱਗੀ ਮਾਰ ਮਾਰ ਕੇ ਆਪਦੇ ਘਰ ਭਰਨਾ। ਜਿਵੇਂ ਕਾਰੂ ਨੇ, ਹਾਰੂ ਨੇ ਜਨਤਾ ਨਾਲ ਠੱਗੀਆਂ ਮਾਰ ਮਾਰ ਕੇ 40-45 ਗੰਜ ਮਾਇਆ ਆਪਦੇ ਮਹਿਲਾਂ 'ਚ, ਆਪਦੇ ਕੋਠਿਆਂ 'ਚ ਇਕੱਠੀ ਕਰ ਲਈ ਤੇ ਜਨਤਾ ਭੁੱਖੀ ਮਰਨ ਲੱਗੀ। ਉਹ ਤਾਂ ਸ਼ੁਕਰ ਹੈ ਬਾਬਾ ਨਾਨਕ ਜੀ ਦਾ, ਜਾ ਕੇ ਉਹਨੂੰ ਅਕਲ ਸਿਖਾ ਦੀ ਵੀ ਤੂੰ ਬਹੁਤ ਗਲਤ ਕਰ ਰਿਹਾ ਹੈ। ਜਨਤਾ ਤੇਰੀ ਭੁੱਖੀ ਮਰ ਰਹੀ ਹੈ, ਕਿਸਾਨ ਤੇਰੇ ਭੁੱਖੇ ਮਰ ਰਹੇ ਨੇ, ਔਰ ਬੱਚੇ ਦੂਜੇ ਦੇਸ਼ਾਂ ਨੂੰ ਤੁਰੇ ਜਾਂਦੇ ਆ ਤੇ ਤੂੰ ਰਾਜ ਕਾਸਤੇ ਕਰਦਾ। ਮਹਿਲਾਂ ਵਿੱਚ ਬੈਠਾ ਰਹਿੰਦਾ, ਬਾਹਰ ਜਾ ਕੇ ਸਾਰ ਲੈ ਲੋਕਾਂ ਦੀ। ਲੋਕਾਂ ਦਾ ਹਾਲਤ ਕੀ ਹੈ? ਆ ਕਿਸਾਨ ਸਾਡੇ ਦਿੱਲੀ ਬੈਠੇ ਆ, ਉਹਨਾਂ ਨੂੰ ਕੋਈ ਪੁੱਛਣੀ ਨਹੀਂ ਆਉਂਦਾ ਵੀ ਕਿਉਂ ਬੈਠੇ ਹੋ ਇੱਥੇ। 8 ਮਹੀਨੇ ਹੋ ਗਏ ਬੈਠਿਆਂ ਨੂੰ। ਇਹੋ ਜਿਹੀਆਂ ਗੁਰੂ ਪਿਆਰੋ ਸਰਕਾਰਾਂ ਫਿਰ ਬਹੁਤਾ ਚਿਰ ਨਹੀਂ ਰਿਹਾ ਕਰਦੀਆਂ। ਜਿਸ ਤਰ੍ਹਾਂ ਉਹ ਕਾਰੂ ਨੂੰ ਜਾ ਕੇ ਸਮਝਾਇਆ, ਉਹ ਸਮਝ ਗਿਆ। ਉਹਨੇ ਇਕੱਠੀ ਕੀਤੀ ਹੋਈ 40-45 ਗੰਜ ਮਾਇਆ ਜਦੋਂ ਬਾਬੇ ਨਾਨਕ ਨੇ ਸਮਝਾਇਆ ਨਾ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਪੈਸਾ ਤਿਸੀ ਕਾ ਜੋ ਦੇਵੈ ਦਿਲਾਵੈ ਰਜਾਵੈ ਖੁਦਾਏ। ਜਨਤਾ ਦੀ ਸਹਾਇਤਾ ਕਰਨੀ, ਮਦਦ ਕਰਨੀ ਖੁਦਾ ਦੇ ਚਰਨਾਂ 'ਚ ਪ੍ਰਵਾਨ ਹੋਣ ਵਾਸਤੇ ਆ। ਇਸ ਕਰਕੇ ਉਹ ਕਰਨੀ ਨਾਮਾ ਜੋ ਗੁਰੂ ਪਿਆਰੋ ਰੋਕਣ ਦੀ ਨਾਲ ਗੱਲਬਾਤ ਹੋਈ ਤੇ ਕਾਰੂ ਦੇ ਨਾਲ ਜਿਹੜਾ ਸੀ ਇਹ ਵਿਚਾਰ ਵਟਾਂਦਰੇ ਹੋਏ ਤੇ ਉਹਨੇ ਅਕਲ ਤੋਂ ਕੰਮ ਲਿਆ ਤੇ ਆਪਣੇ ਮੰਤਰੀਆਂ ਨੂੰ ਹੁਕਮ ਦਿੱਤਾ ਬਈ ਸਾਰੇ ਖਜ਼ਾਨੇ ਖੋਲ੍ਹ ਦਿਓ, ਜਨਤਾ ਵਿੱਚ ਪੈਸਾ ਵੰਡ ਦਿਓ, ਕਿਉਂਕਿ ਜੇ ਪੈਸਾ ਚੱਲਦਾ ਹੈ ਤਾਂ ਹਰੇਕ ਦੇ ਕੰਮ ਹੁੰਦੇ ਆ। ਕੋਈ ਸਤਨਾਮ। ਇੱਕੋ 1000 ਰੁਪਈਆ ਇੱਕ ਬੰਦੇ ਨੇ ਕਿਸੇ ਦਾ ਦੇਣਾ, ਉਸਨੇ ਗਾਂਹ ਦੇਣਾ, ਉਸਨੇ ਗਾਂਹ ਦੇਣਾ, ਉਸਨੇ ਗਾਂਹ ਦੇਣਾ ਤੇ ਉਹ ਗਾਹਾਂ ਤੋਂ ਮੁੜ ਕੇ ਉਸੇ ਕੋਲ ਹੀ ਆ ਗਿਆ। ਉਹ ਬੰਦੇ ਨੇ ਕਰਜ਼ਾ ਲਾਇਆ, ਦੇਤਾ, ਉਹ ਭੱਜ ਗਿਆ, ਮੈਂ ਉਹਦਾ ਦੇ ਆਵਾਂ, ਉਹਨੇ ਉਹਨੂੰ ਦੇਤਾ, ਉਹਨੇ ਉਹਨੂੰ ਦੇਤਾ। ਉਹ ਕਹਿੰਦਾ ਯਾਰ ਮੈਂ ਫਲਾਣੇ ਦਾ 1000 ਰੁਪਈਆ ਦੇਣਾ ਸੀ, ਦੇ ਹੀ ਆਵਾਂ, ਜਾ ਗਿਆ ਚਾਹ ਕੇ ਉਹਨੂੰ ਦੇ ਆਇਆ। ਉਹ 1000 ਰੁਪਈਆ ਘੁੰਮ ਕੇ ਉਸੇ ਕੋਲੇ ਆ ਗਿਆ ਤੇ ਨਾਲੇ ਸਾਰਿਆਂ ਦਾ ਕਰਜ਼ਾ ਲੈ ਗਿਆ। ਕੋ ਸਤਨਾਮ। ਭਾਵ ਮਾਇਆ ਚਲਦੀ ਫਿਰਦੀ ਕੰਮ ਕਰਦੀ ਹੈ, ਇਹ ਕੋਠਿਆਂ 'ਚ ਪਈ ਕੰਮ ਨਹੀਂ ਕਰਦੀ। ਗੁਰੂ ਕਿਰਪਾ ਕਰਨ। ਪਰਾਇਆ ਧਨ, ਪਰਾਇਆ ਧਨ, ਪਰਾਈ ਅੰਸ਼ ਭਾਵ ਪੁਰਾਣੀਆਂ ਵਸਤੂਆਂ, ਪਰਾਈਆਂ ਵਸਤੂਆਂ ਨਾ ਲਓ,
ਜਿਹੜਾ ਲੈਂਦਾ ਜੀਵਨ ਬਰਬਾਦ ਕਰਦਾ ਹੈ ਜੀ। ਹਿਮਾ ਆਪਣੇ ਤੇ ਨਿਰਬਲ ਕੋ ਜਾਣਾ, ਤਿਸ ਪਰ ਕੋਪ ਨ ਕਰਹੁ ਸੁਜਾਨ। ਸਿਆਣੇ ਬਣੋ ਸਿੱਖੋ। ਖਿਮਾ, ਖਿਮਾ ਕੀ ਹੈ? ਆਪਣੇ ਤੇ ਉਹ ਕਮਜ਼ੋਰ ਬੰਦੇ ਤੇ ਗੁੱਸਾ ਨਹੀਂ ਕਰਨਾ, ਕ੍ਰੋਧ ਨਹੀਂ ਕਰਨਾ। ਆਪਣੇ ਤੋਂ ਨਿਰਮਲ ਬੰਦੇ ਤੇ ਕ੍ਰੋਧ ਕਰਕੇ ਉਹਨੂੰ ਦੁੱਖ ਨਹੀਂ ਦੇਣਾ, ਮਾਫ ਕਰ ਦੇਣਾ ਜੀ। ਮੇਰਾ ਅਭਿਮਾਨਤਾ ਵਿਦਿਆ ਕੈ ਸਰੂਪ ਹੈ ਤਨ ਕੋ, ਬੁੱਧ ਵਿਸ਼ਾਲ ਕੈ ਦੀਰਘ ਧਨ ਕੋ। ਹੰਕਾਰ ਰਹਿਤ ਹੋਵੋ, ਨਿਰ ਅਭਿਮਾਨਤਾ। ਕਿਸੇ ਵੀ ਚੀਜ਼ ਦਾ ਹੰਕਾਰ ਹੋ ਸਕਦਾ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਇਹਨਾਂ ਚਾਰਾਂ ਚੀਜ਼ਾਂ ਦਾ ਹੰਕਾਰ ਹੋ ਸਕਦਾ ਹੈ। ਵਿਦਿਆ ਕੈ ਸਰੂਪ, ਸੁੰਦਰਤਾ ਹੈ ਤਨ ਕੋ, ਸਰੀਰ ਸੁੰਦਰ ਹੋਣਾ। ਬੁੱਧ ਵਿਸ਼ਾਲ ਬੜਾ ਚਲਾਕ ਹੋਣਾ। ਦੀਰਘ ਧਨ ਕੋ, ਬਹੁਤੀ ਮਾਇਆ ਹੋਣੀ। ਇਹਨਾਂ ਚਾਰ ਚੀਜ਼ਾਂ ਦਾ ਬੰਦੇ ਨੂੰ ਹੰਕਾਰ ਹੋ ਸਕਦਾ ਹੈ। ਤੇ ਸ਼ਾਇਦ ਰਾਵਣ ਨੂੰ ਇਹਨਾਂ ਚੀਜ਼ਾਂ ਦਾ ਹੰਕਾਰ ਹੋਇਆ। ਕੋਈ ਸਤਨਾਮ। ਪ੍ਰੀਤਮ ਜੀ ਕਹਿੰਦੇ ਅਤ ਸੁੰਦਰ ਰਾਵਣ ਸੀ, ਬ੍ਰਾਹਮਣ ਸੀ, ਇਹ ਬੜਾ ਸੁੰਦਰ ਸੀਗਾ। ਕੁਲੀਨ ਉੱਚੀ ਕੁਲ ਸੀ ਕਿਉਂਕਿ ਬ੍ਰਾਹਮਣ ਸੀ। ਚਤਰ ਦਿਮਾਗ ਕਰਕੇ ਬੜਾ ਚਤਰ ਚਲਾਕ ਸਿਆਣਾ ਸੀਗਾ ਕਿ ਇਹਨੇ ਸਾਰੇ ਗ੍ਰਹਿਆਂ ਨੂੰ, ਸਾਰੇ ਗ੍ਰੰਥਾਂ ਨੂੰ ਆਪਣੇ ਕਾਬੂ 'ਚ ਕਰ ਲਿਆ। ਮੋਹ ਗਿਆਨੀ, ਚਾਰੇ ਵੇਦਾਂ ਦਾ ਵਕਤਾ ਸੀ ਇਹ। ਧਨਵੰਤ, ਤੁਹਾਨੂੰ ਪਤਾ ਹੀ ਆ ਵੀ ਲੰਕਾ ਕਹਿੰਦੇ ਸੋਨੇ ਦੀ ਬਣੀ ਹੋਈ ਸੀ ਇਹਦੀ। ਸਾਰਾ ਦੇਸ਼ ਬੜਾ ਅਮੀਰ ਸੀ ਇਸ ਦਾ। ਜਿਵੇਂ ਭਾਰਤ ਨੂੰ ਸੋਨੇ ਦੀ ਚਿੜੀ ਕਹਿੰਦੇ ਆ, ਇਸੇ ਤਰ੍ਹਾਂ ਹੀ ਉਹਦਾ ਦੇਸ਼ ਬੜਾ ਅਮੀਰ ਸੀ। ਲੰਕਾ ਜਿਹੜੀ ਉਹਦੀ ਕਹਿੰਦੇ ਸੋਨੇ ਦੀ ਬਣੀ ਸੀ। ਸੋਨਾ ਵੈਸੇ ਸੜਦਾ ਨਹੀਂ ਅੱਗ ਵਿੱਚ। ਕਹਿੰਦੇ ਹਨੂੰਮਾਨ ਨੇ ਅੱਗ ਲਾ ਕੇ ਉਹਦੀ ਸੋਨੇ ਦੀ ਲੰਕਾ ਸਾੜਤੀ। ਚਲੋ ਘਰ-ਬਾਰ ਸੜ ਗਏ ਹੋਣਗੇ ਪਰ ਸੋਨਾ ਸੜਦਾ ਨਹੀਂ। ਇੱਥੇ ਸੋਨੇ ਦੀ ਲੰਕਾ ਕਹਿਣ ਦਾ ਮਤਲਬ ਜਿਵੇਂ ਭਾਰਤ ਨੂੰ ਸੋਨੇ ਦੀ ਚਿੜੀ ਕਹਿੰਦੇ ਆ, ਉਹੀ ਕਾਰਨ ਸੀਗਾ। ਉਹ ਅਮੀਰ ਬੜਾ ਸੀ ਉਹਦਾ ਦੇਸ਼, ਉਸ ਦਾ ਇਲਾਕਾ। ਚਲੋ ਸੋਨੇ ਦੇ ਘਰ ਵੀ ਬਣਾਏ ਹੋਣਗੇ, ਐਸੀ ਗੱਲ ਨਹੀਂ। ਜੇ ਪੈਸਾ ਤੇ ਬੰਦਾ ਬਣਾ ਹੀ ਲਵੇਗਾ। ਅਠ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਪਰਮੇਸ਼ਰ ਨਾਲ ਨਹੀਂ ਜੁੜਿਆ ਹੋਇਆ ਤਾਂ ਤੇ ਇਹਨਾਂ ਚੀਜ਼ਾਂ ਦਾ ਕਦੇ ਹੰਕਾਰ ਨਹੀਂ ਕਰਨਾ। ਨਿਰ ਅਭਿਮਾਨਤਾ, ਹੰਕਾਰ ਤੋਂ ਰਹਿਤ ਰਹਿਣਾ ਜੀ। ਕਤੇ ਗਰਭ ਨਾ ਧਰੀ ਹੈ, ਦਾਤਾ ਈਸ਼ਰ ਏਕ ਵਿਚਰੀ ਹੈ। ਇਹਨਾਂ ਚੀਜ਼ਾਂ ਦਾ ਕਦੇ ਹੰਕਾਰ ਨਾ ਕਰੋ ਕਿਉਂਕਿ ਜਿਹੜਾ ਦੇਣ ਵਾਲਾ ਹੈ ਉਹ ਖੋਣ ਵਾਲਾ ਵੀ ਹੈ। ਕੋਈ ਦਾਤਾ ਇੱਕ ਪਰਮੇਸ਼ਰ ਹੈ। ਜੇ ਦੇ ਸਕਦਾ ਤੇ ਵਾਪਸ ਵੀ ਲੈ ਸਕਦਾ ਹੈ। 10 ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। ਵਿਖੋਟ ਹੁੰਦਾ ਗੁਣ, ਖੋਟ ਹੁੰਦੇ ਆ ਔਗਣ। ਮੂਹਰੇ ਬੱਬਾ ਲਾ ਕੇ ਉਲਟਾਤਾ ਸ਼ਬਦ ਪਾਤਸ਼ਾਹ ਨੇ, ਕਿਉਂਕਿ ਗੁਰਬਾਣੀ ਇਸ ਢੰਗ ਨਾਲ ਲਿਖੀ ਗਈ ਹੈ ਇਹਨੂੰ ਉਚਾਰਨ ਜਾਂ ਗਾਉਣ ਦੇ ਵਿੱਚ ਕੋਈ ਗਲੇ ਨੂੰ ਦਿੱਕਤ ਨਾ ਆਵੇ। ਕੋਈ ਸਤਨਾਮ। ਐ ਤੇਲ ਦੀ ਧਾਰ ਵਾਂਗੂ ਜਦੋਂ ਕੋਈ ਗਾਵੇ ਬਾਜੀਆਂ ਨਾਲ ਜਾਂ ਇਸ ਨੂੰ ਵਿਚਾਰੇ ਜਾਂ ਸੁਣਾਵੇ ਤਾਂ ਦਿੱਕਤ ਨਾ ਆਵੇ। ਇਸ ਕਰਕੇ ਵਿਖੋਟ ਦਾ ਮਤਲਬ ਹੈ ਚੰਗੇ ਗੁਣ। ਪਰਮੇਸ਼ਰ ਨੇ ਬੇਅੰਤ ਵਸਤੂਆਂ ਦਿੱਤੀਆਂ, ਕੋਈ ਇੱਕ ਅੱਧੀ ਨਹੀਂ ਦਿੱਤੀ। ਹੁਣ ਕਈਆਂ ਕੋਲੇ ਬੜਾ ਪੈਸਾ, ਉਹਨਾਂ ਦੇ ਜਵਾਕ ਨਹੀਂ ਹੁੰਦਾ। ਕਈਆਂ ਕੋਲੇ ਬੱਚੇ ਬਹੁਤ ਹੈ, ਘਰੇ ਗਰੀਬੀ ਹੈ। ਕੋਈ ਸਤਰ, ਕਿਉਂਕਿ ਸਾਰੇ ਬਰਾਬਰ ਨਹੀਂ ਹੈ। 10 ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। ਜਿਹੜੀਆਂ 10 ਚੀਜ਼ਾਂ ਦਿੱਤੀਆਂ ਉਹਨਾਂ ਦਾ ਕਦੇ ਸ਼ੁਕਰੀਆ ਨਹੀਂ ਕੀਤਾ, ਧੰਨਵਾਦ ਨਹੀਂ ਕੀਤਾ। ਜਿਹੜੀ ਨਹੀਂ ਦਿੱਤੀ ਵਾਰ-ਵਾਰ ਉਸੇ ਦੀ ਗੱਲ ਕਰਦਾ, ਇਹ ਰੱਬ ਨੇ ਬਹੁਤ ਮਾੜਾ ਕੀਤਾ। ਜਿਵੇਂ ਜੀਭ ਸਾਡੀ ਜਿੱਥੋਂ ਦੰਦ ਨਿਕਲੇ ਉੱਥੇ ਵੱਜੀ ਜਾਂਦੀ ਆ। ਕੋਈ ਸਤਰ, ਇਹ ਬੰਦਾ ਦੂਜਿਆਂ ਦੇ ਔਗਣ ਦੇਖਦਾ ਰਹਿੰਦਾ, ਰੱਬ ਨੂੰ ਵੀ ਇਹੋ ਹੀ ਲਾਂਭੇ ਦਿੰਦਾ ਵੀ ਮੈਨੂੰ ਆਹ ਨਹੀਂ ਦਿੱਤਾ। ਭਲਿਆ ਇੱਕ ਵੀ ਨਾ ਦੇ, ਧੱਕੇ ਨਾਲ ਲੈ ਲੇਗਾ। 10 ਵੀ ਹਿਰ ਲੈ, ਜਿਹੜੀਆਂ ਦਿੱਤੀਆਂ ਉਹ ਵੀ ਖੋਲੇ ਤਾਂ ਮੂੜਾ ਕਹੋ ਕਹਾਂ ਕਰੇ, ਫਿਰ ਤੂੰ ਕੀ ਕਰ ਲੇਗਾ। ਸ਼ੁਕਰੀਆ ਕਰਿਆ ਕਰ। 10 ਵੀ ਇੱਕ ਵੀ ਨਾ ਦੇ, 10 ਵੀ ਹਿਰ ਲੈ ਤਾਂ ਮੂੜਾ ਕਹੋ ਕਹਾਂ ਕਰੇ। ਜਿਸ ਠਾਕਰ ਸਿਓ ਨਾਹੀ ਚਾਰਾ, ਜਿਹਦੇ ਅੰਦਰ ਜ਼ੋਰ ਨਹੀਂ ਚੱਲਦਾ ਜਿਹਦੇ ਅੱਗੇ, ਤਾਂ ਕੋ ਕੀਜੇ ਸਦ ਨਮਸਕਾਰਾ। ਸ਼ੁਕਰੀਆ ਕਰੋ। ਗਲਾਸ ਹੈ ਅੱਧਾ ਭਰਿਆ ਹੋਇਆ, ਅੱਧੇ 'ਚ ਦੁੱਧ ਹੈ ਜਾਂ ਪਾਣੀ ਹੈ। ਇੱਕ ਰੱਬ ਦਾ ਪਿਆਰਾ ਹੈ, ਉਹ ਵੇਖ ਕੇ ਕਹਿੰਦਾ ਸ਼ੁਕਰ ਹੈ, ਇੰਨੀ ਤਾਂ ਮੈਂ ਕਾਬਲ ਹੀ ਨਹੀਂ ਸੀ ਜਿੰਨਾ ਮੈਨੂੰ ਦੇਤਾ। ਕੋਈ ਸਤ। ਤੇ ਦੂਜਾ ਨਾ ਸ਼ੁਕਰੀਆ ਕੀ ਕਹਿੰਦਾ, ਯਾਰ ਅੱਧਾ ਖਾਲੀ ਰੱਖਦਾ, ਇਹ ਪੂਰਾ ਕਿਉਂ ਨਹੀਂ ਭਰਿਆ। ਕੋਈ ਸਤਨਾਮ।
ਜਿਹੜਾ ਪਾਇਆ ਉਹ ਨਹੀਂ ਦੇਖਦਾ, 10 ਵਸਤੂ ਲੈ ਪਾਛੇ ਪਾਵੇ ਉਹ ਪਰੇ ਕਰਤੀਆਂ, ਉਹ ਨਹੀਂ ਦੇਖਦਾ ਜਿਹੜਾ ਅੱਧਾ ਵਿੱਚ ਪਾਇਆ ਹੋਇਆ। ਜਿਹੜਾ ਉੱਤੋਂ ਅੱਧਾ ਖਾਲੀ ਆ ਉਹਨੂੰ ਵੇਖਦਾ ਵੀ ਬਾਕੀ ਕਿਉਂ ਨਹੀਂ ਪਾਇਆ। ਕੋਈ ਸਤਨਾਮ ਨਹੀਂ, ਐਦਾਂ ਨਹੀਂ ਕਰਨਾ ਚਾਹੀਦਾ। ਜਿਸ ਠਾਕਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਮੇਰੇ ਪ੍ਰੀਤਮ ਜੀ ਕਹਿੰਦੇ ਇਤਿਆਦ ਕਿਤੇ ਗਰਭ ਨ ਧਰੀਐ, ਦਾਤਾ ਈਸ਼ਵਰ ਏਕ ਵਿਚਰੀਐ, ਦਾਤਾ ਦੇਣ ਵਾਲਾ ਇੱਕ ਹੈ। ਇਹ ਹਮੇਸ਼ਾ ਦਿਮਾਗ ਵਿੱਚ ਵਸਾ ਕੇ ਰੱਖੋ ਜੀ। ਤੀਰਥਾ ਵਰਤ ਆਦ ਕਰ ਕਰਮ, ਨਹ ਅਭਿਮਾਨ ਧਰਾ ਜਤ ਸ਼ਰਮ। ਔਰ ਇੱਕ ਧਰਮ ਦੇ ਕੰਮ ਕਰਕੇ ਕਦੇ ਹੰਕਾਰ ਨਾ ਕਰੋ। ਇਹ ਨਾ ਹੋਵੇ ਵੀ ਤੁਸੀਂ ਹਜੂਰ ਸਾਹਿਬ ਜਾਏ ਤੇ ਆ ਕੇ ਗਵਾਂਢੀਆਂ ਨਾਲ ਲੜੀ ਜਾਓ, ਲੈ ਮੈਂ 5 ਵਾਰੀ ਹਜੂਰ ਸਾਹਿਬ ਜਾਇਆ ਤੂੰ ਕਦੇ ਗਿਆ ਹੀ ਨਹੀਂ। ਕਹੋ ਸਤਨਾਮ। ਪਰਮੇਸ਼ਰ ਦਾ ਸ਼ੁਕਰੀਆ ਕਿ ਤੈਨੂੰ ਸੱਦ ਲਿਆ, ਪਰ ਤੂੰ ਇਸ ਗੱਲ ਦਾ ਜੇ ਹੰਕਾਰ ਕਰੇਗਾ ਇਹ ਨੁਕਸਾਨਦੇਹ ਹੈ। ਪਾਤਸ਼ਾਹ ਜੀ ਕਹਿੰਦੇ ਜੇ ਕੋਈ ਇਹ ਧਾਰਮਿਕ ਕਰਮਾਂ ਨੂੰ ਕਰਕੇ ਹੰਕਾਰ ਕਰਦਾ ਹੈ ਉਸ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ। ਪਰਮੇਸ਼ਰ ਦੇ ਪਿਆਰੇ ਕਰਾਮਾਤ ਵਿਖਾਉਣ ਤੋਂ ਝੱਫਦੇ ਹੈ, ਸ਼ਰਮ ਮੰਨਦੇ ਹੈ। ਉਹ ਕਦੇ ਵੀ ਕਰਾਮਾਤ ਨਹੀਂ ਵਿਖਾਉਂਦੇ। ਇਹ ਕੁਦਰਤੀ ਗੱਲਾਂ ਹੋ ਰਹੀਆਂ ਜੋ ਭਗਤ ਨਾਮਦੇਵ ਜੀ ਦੇ ਸਮੇਂ ਉਹਨਾਂ ਦੇ ਰਾਹੀਂ ਇੱਕ ਮਰਿਆ ਹੋਇਆ ਬੱਚਾ ਜਿਹੜਾ ਉਹ ਜਿਉਂਦਾ ਹੋ ਜਾਣਾ। ਪਿੰਡ ਵਿੱਚ ਰੌਲਾ ਪੈ ਗਿਆ ਵੀ ਭਗਤ ਨਾਮਦੇਵ ਨੇ ਯਾਰ ਫਲਾਨਿਆਂ ਦਾ ਮੁੰਡਾ ਮਰ ਗਿਆ ਸੀ, ਉਹ ਜਿਉਂਦਾ ਕਰਤਾ। ਉਸ ਵੇਲੇ ਨਾ ਭਗਤਾਂ ਦੇ ਨਾਲ ਹਿੰਦੂ ਮਤ ਵਾਲੇ ਬ੍ਰਾਹਮਣ ਆਦਿ ਇਹ ਵੀ ਐਂਟੀ ਸਨ ਅਤੇ ਮੁਸਲਮਾਨ ਵੀ ਐਂਟੀ ਸਨ। ਮੁਸਲਮਾਨ ਤਾਂ ਐਂਟੀ ਸੀ ਕਿ ਭਗਤ ਇਹ ਪ੍ਰਚਾਰ ਕਰਦੇ ਸੀਗੇ ਕਿ ਸਾਨੂੰ ਸਾਡਾ ਧਰਮ ਜਿਹਦੇ ਵਿੱਚ ਪੈਦਾ ਹੋਇਆ ਨਹੀਂ ਛੱਡਣਾ ਚਾਹੀਦਾ। ਅਤੇ ਜਿਹੜੀ ਬ੍ਰਾਹਮਣ ਪੀੜ੍ਹੀ ਸੀਗੀ ਉਹ ਇਸ ਕਰਕੇ ਐਂਟੀ ਸੀ ਬਈ ਇਹ ਯਾਰ ਨੀਚ ਕਿਵੇਂ ਗਿਆਨ ਵੰਡੀ ਜਾਂਦੀ ਹੈ ਲੋਕਾਂ ਨੂੰ। ਇਹ ਤਾਂ ਗਿਆਨ ਦਾ ਜਿਹੜਾ ਹੱਕ ਹੈ ਕੇਵਲ ਬ੍ਰਾਹਮਣ ਦਿੱਤਾ ਹੋਇਆ, ਅਸੀਂ ਵੇਦਾਂ ਦੇ ਰਾਹੀਂ ਗਿਆਨ ਦੇਣਾ। ਇਹ ਜਿਹੜੇ ਸ਼ੂਦਰ ਹਨ, ਨਾਮਦੇਵ ਵਰਗੇ, ਕਬੀਰ ਸਾਹਿਬ ਵਰਗੇ, ਰਵਿਦਾਸ ਵਰਗੇ, ਇਹਨਾਂ ਨੂੰ ਰੱਬ ਜਪਣ ਦਾ ਹੁਕਮ ਹੀ ਨਹੀਂਗਾ। ਕਈ ਵਾਰੀ ਰਾਜਿਆਂ ਕੋਲ ਇਹਨਾਂ ਲੋਕਾਂ ਨੇ ਸ਼ਿਕਾਇਤਾਂ ਵੀ ਕੀਤੀਆਂ। ਇਹਨਾਂ ਨੇ ਤਾਂ ਗੁਰੂ ਘਰ ਦੀ ਤੀਜੇ ਪਾਤਸ਼ਾਹ ਜੀ ਦੀ ਸ਼ਿਕਾਇਤ ਵੀ ਕੀਤੀ। ਲਾਹੌਰ ਦੇ ਵਿੱਚ ਤੀਜੇ ਪਾਤਸ਼ਾਹ ਨੇ ਜੇਠਾ ਜੀ ਨੂੰ ਭੇਜਿਆ ਸੀਗਾ, ਜਿੱਦੇ ਬੁਲਾਇਆ ਸੀ ਉਹਨਾਂ ਨੇ। ਖੈਰ ਤਾਂ ਗੁਰੂ ਪਿਆਰਿਓ, ਭਗਤ ਜੀ ਦੇ ਰਾਹੀਂ ਭਗਤ ਜੀ ਨੇ ਬਚਨ ਕਰਤੇ। ਕਹਾਣੀ ਇੱਦਾਂ ਹੀ ਹੈ ਕਿ ਉਹ ਬੱਚਾ ਮਰ ਗਿਆ। ਉਹਨਾਂ ਸਮਿਆਂ ਦੇ ਵਿੱਚ ਇਸਤਰੀਆਂ ਨਾਲ ਸਤੀ ਹੋ ਜਾਂਦੀਆਂ ਸੀਗੀਆਂ। ਉਹਦੇ ਘਰ ਵਾਲੀ ਮਗਰ ਸਤੀ ਹੋਣ ਵਾਸਤੇ ਜਾ ਰਹੀ ਹੈ ਅਤੇ ਉਹਨੂੰ ਅੱਗੇ ਚੱਕ ਕੇ ਲਈ ਜਾ ਰਹੇ, ਬੀਬੀਆਂ ਮਗਰ ਮਗਰ ਜਾਂਦੀਆਂ ਹੁੰਦੀਆਂ। ਕਹਿੰਦੀ ਉਸ ਇਸਤਰੀ ਦੇ ਬੀਬੀ ਦੇ ਦਿਮਾਗ 'ਚ ਫੁਰਨਾ ਆਇਆ ਵੀ ਮਰਤਾ ਜਾਣਾ ਹੀ ਆ, ਜਾ ਕੇ ਮੱਚਦਾ ਜਾਣਾ ਹੀ ਆ। ਮਹਾਂਪੁਰਸ਼ ਬੈਠੇ ਉਸੇ ਰਾਹ 'ਤੇ ਕਿਤੇ ਆਪਣਾ ਤੂੰਬਾ ਲੈ ਕੇ ਵਜਾ ਰਹੇ ਸੀਗੇ, ਭਗਤੀ ਵਿੱਚ ਡੁੱਬੇ ਹੋਏ ਸੀ। ਜਾਂਦੇ ਜਾਂਦੇ ਭਗਤ ਜੀ ਨਮਸਕਾਰ ਹੀ ਕਰ ਲਈਏ, ਉਹਨਾਂ ਨੇ ਜਾ ਕੇ ਨਮਸਕਾਰ ਕਰਤੀ ਬੀਬੀ ਨੇ ਜਾਂਦੇ ਜਾਂਦੇ। ਭਗਤ ਜੀ ਕਹਿੰਦੇ ਸੁਹਾਗਵੰਤੀ ਹੋਵੋ ਸਦਾ ਸੁਖੀ ਵਸੋ। ਉਹ ਕਹਿੰਦੀ ਬਾਬਾ ਜੀ ਆਹ ਕੀ ਕਹਿਤਾ ਤੁਸੀਂ? ਭਗਤ ਹੁਣ ਚੰਗਾ ਹੀ ਕਹਿਣਗੇ, ਕਿਸੇ ਨੂੰ ਮਾੜਾ ਥੋੜ੍ਹੀ ਕਹਿਣਗੇ। ਉਹ ਕਹਿੰਦੇ ਕੀ ਹੋ ਗਿਆ ਬੇਟੇ? ਬਾਬਾ ਜੀ ਮੇਰਾ ਘਰ ਵਾਲਾ ਤਾਂ ਮਰ ਗਿਆ, ਮੈਂ ਸੁਹਾਗਵੰਤੀ ਅਤੇ ਲੰਬੀ ਉਮਰ ਅਤੇ ਸੁੱਖਾਂ ਲਈ ਕਿੱਥੋਂ ਰਹੇਗੀ? ਓਹੋ, ਫਿਰ ਧਿਆਨ ਜੋੜਿਆ, ਮਹਾਰਾਜ ਮੈਥੋਂ ਗਲਤੀ ਹੋ ਗਈ, ਮੈਂ ਤੁਹਾਡੇ ਕੰਮ ਦੇ ਵਿੱਚ ਵਿਘਨ ਪਾਤਾ, ਮੈਂ ਕੈਸਾ ਬੋਲ ਬੈਠਾ। ਆਵਾਜ਼ ਆਈ ਤੈਨੂੰ ਮੈਂ ਹੀ ਬੁਲਾਇਆ, ਤੈਨੂੰ ਮੈਂ ਬੁਲਾਇਆ। ਮੇਰੀ ਬਾਂਦੀ ਭਗਤ ਛਡਾਵੇ, ਬਾਂਧੇ ਭਗਤ ਨੇ ਛੁੱਟੈ ਮੋਹੇ, ਏਕ ਸਮੇਂ ਮੋਕੋ ਗਏ ਬਾਂਧੇ ਤੌਫਨ ਮੋਹ ਪੈ ਜਵਾਬ ਨਾ ਹੋਏ। ਜਾ ਤੂੰ ਚਾਕਾ ਗੜਵੇ ਵਾਲਾ ਜਲ ਛਿੜਕਦੇ ਉਹਦੇ ਉੱਤੇ ਬੱਚਾ ਜਿਉਂਦਾ ਹੋ ਜਾਊਗਾ। ਕੋਈ ਸਤ ਅੰਦਰੋਂ ਸੁਣਿਆ ਉਹਨਾਂ ਨੇ। ਬੀਬੀ ਦੇ ਨਾਲ ਉੱਠ ਕੇ ਤੁਰ ਪਏ, ਅੱਗੇ ਚਿਖਾ ਤੇ ਬੱਚਾ ਪਾਤਾ। ਹਜੇ ਅੱਗ ਲਾਉਣੀ ਸੀ, ਬੀਬੀ ਪਿੱਛੇ ਸੀ, ਪਹੁੰਚੀ ਨਹੀਂ ਸੀ ਨਾ। ਭਗਤ ਜੀ ਨੇ ਜਾ ਕੇ ਜਲ ਛਿੜਕਿਆ, ਉਹ ਬੱਚਾ ਜਿਉਂਦਾ ਹੋ ਗਿਆ। ਪਿੰਡ ਵਿੱਚ ਰੌਲਾ ਹੋ ਗਿਆ ਅਤੇ ਭਗਤ ਨਾਮਦੇਵ ਜੀ ਦੀ ਮਹਿਮਾ ਹੋਰ ਵੀ ਵੱਧ ਗਈ। ਜਿਹੜੇ ਉਸ ਵੇਲੇ ਦੇ ਲੱਗਣ ਵਾਲੇ ਬੰਦੇ, ਇਰਖਾਲੂ ਬੰਦੇ ਇਹਨਾਂ ਭਗਤਾਂ ਨਾਲ ਲੱਗਦੇ ਸੀਗੇ, ਉਹ ਚਾਹੁੰਦੇ ਸੀ ਇਹਨਾਂ ਦੀ ਜਿਹੜੀ ਆ ਮਹਿਮਾ ਖਤਮ ਹੋ ਜਾਵੇ। ਪਰ ਪਰਮੇਸ਼ਰ ਚਾਹੇ ਤਾਂ ਦਾਤਾ ਹੈ, ਉਹ ਕਿਸੇ ਦੀ ਵੀ ਵਧਾ ਸਕਦਾ। ਕੋਈ ਸਤਨਾਮ ਸੀ। ਅਤੇ ਉਸ ਤੋਂ ਬਾਅਦ ਗੁਰੂ ਪਿਆਰਿਓ ਭਗਤ ਜੀ ਦੀ ਮਹਿਮਾ ਵੱਧ ਗਈ। ਹੁਣ ਇਹਨਾਂ ਲੋਕਾਂ ਨੇ, ਇਰਖਾਲੂ ਲੋਕਾਂ ਨੇ ਮੌਕੇ ਦੇ ਰਾਜੇ ਸੁਲਤਾਨ ਦੇ ਨਾਲ ਗੱਲਬਾਤ ਕੀਤੀ। ਉਹਦੀ ਕੁਦਰਤੀ ਕਿਤੇ ਗਾਂ ਮਰ ਗਈ। ਉਹਨੂੰ ਕਹਿੰਦੇ ਰਾਜਾ ਸਾਹਿਬ ਤੁਹਾਡੀ ਤਾਂ ਗਾਂ ਹੀ ਬੜੀ ਕੀਮਤੀ ਹੈ, ਇੰਨਾ ਦੁੱਧ ਦੇਣ ਵਾਲੀ ਗਾਂ ਮਰ ਗਈ, ਤੁਸੀਂ ਇਹਨੂੰ ਜਿਉਂਦੀ ਕਰਾ ਲਓ। ਜਿਉਂਦੀ ਕੌਣ ਕਰੂਗਾ? ਕਹਿੰਦੇ ਭਗਤ ਨਾਮਦੇਵ, ਉਹਨਾਂ ਨੇ ਮੁੰਡਾ ਫਲਾਨਿਆਂ ਜਿਉਂਦਾ ਕਰਤਾ ਸੀਗਾ।
ਨਾਮਾ ਸੁਲਤਾਨੇ ਬਾਂਧਲਾ ਦੇਖੋ ਤੇਰਾ ਹਿਰ ਬੀਠਲਾ। ਬਾਣੀ ਦਾ ਬਚਨ ਮੈਂ ਤੁਹਾਨੂੰ ਸੁਣਾਉਣ ਲੱਗਿਆ, ਇਤਿਹਾਸ ਦੇ ਨਾਲ ਸਾਂਝੀ ਗੱਲ ਕਰਦਾ। ਰਾਜੇ ਨੇ ਸੱਦ ਲਿਆ। ਇਹ 'ਚ ਦੋ ਕਾਰਨ ਸੀਗੇ, ਇੱਕ ਤਾਂ ਬ੍ਰਾਹਮਣਾਂ ਦਾ, ਇੱਕ ਕਾਰਨ ਸੀਗਾ ਬਈ ਜੇ ਇਸ ਨੇ ਗਾਂ ਨਾ ਜਿਉਂਦੀ ਕੀਤੀ ਤੇ ਰਾਜਾ ਇਹਨੂੰ ਮਾਰ ਦਊਗਾ। ਕੋਈ ਸਤਨਾਮ, ਜਾਂ ਸਾਡੇ ਵਿੱਚ ਰੋੜਾ ਇਹ ਮਰ ਜੂਗਾ, ਖਤਮ ਹੋ ਜੂਗਾ। ਤੇ ਦੂਜਿਆਂ ਦਾ ਵੀ ਖਿਆਲ ਸੀਗਾ ਵੀ ਇਹ ਹਿੰਦੂ ਧਰਮ ਦਾ ਜਾਂ ਆਪਣੇ ਧਰਮ ਦਾ ਜਾਂ ਰੱਬ ਦਾ ਪ੍ਰਚਾਰ ਕਰਦਾ, ਸੱਚ ਦਾ ਪ੍ਰਚਾਰ ਕਰਦਾ, ਇਹਨੂੰ ਖਤਮ ਕਰਾਓ। ਇਹ ਬਹਾਨੇ ਬਣਾ ਬਣਾ ਕੇ ਇਸ ਤਰ੍ਹਾਂ ਸੱਚ ਵਾਲਿਆਂ ਨੂੰ ਖਤਮ ਕਰਵਾਇਆ ਜਾਂਦਾ। ਕੋਈ ਸਤਨਾਮ, ਸੱਚ ਨੂੰ ਫਾਂਸੀ ਦਿੱਤੀ ਜਾਂਦੀ ਹੈ। ਤੋ ਰਾਜੇ ਕੋਲ ਇਸੇ ਕਰਕੇ ਸ਼ਿਕਾਇਤ ਕੀਤੀ ਸੀ। ਰਾਜੇ ਨੇ ਬੁਲਾ ਲਿਆ, ਕੰਨਾਂ ਦੇ ਕੱਚੇ ਹੁੰਦੇ ਆ। ਕਹਿੰਦੇ ਭਗਤਾ ਦੇਖਾਂ ਤੇਰੀ ਬੀਠਲ ਦੀ ਸ਼ਕਤੀ ਆ, ਗਾਂ ਜਿਉਂਦੀ ਕਰੇ। ਭਗਤ ਜੀ ਕਹਿੰਦੇ ਰਾਜਾ ਸਾਹਿਬ ਐਸਾ ਨਹੀਂ ਹੋ ਸਕਦਾ। ਕਹਿੰਦੇ ਤੂੰ ਮੁੰਡਾ ਜਿਉਂਦਾ ਕਰਤਾ। ਕਹਿੰਦੇ ਉਹ ਰੱਬ ਦੀ ਮਰਜ਼ੀ ਸੀ, ਮੇਰੀ ਮਰਜ਼ੀ ਨਾਲ ਤੇਰੀ ਗਾਂ ਨਹੀਂ ਜਿਉਂਦੀ ਹੋ ਸਕਦੀ। ਸੁਲਤਾਨਾ ਨਾਮਾ ਸੁਲਤਾਨੇ ਮੰਧਲਾ ਦੇਖੋ ਤੇਰਾ ਹਰ ਬੀਠਲਾ। ਮੋਈ ਹੋਈ ਗਊ ਦੇਹੋ ਜਵਾਏ, ਨਾਤਰ ਗਰਦਨ ਮਾਰੋ ਠਾਏ। ਭਗਤ ਜੀ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ। ਕਰ ਹੈ ਰਾਮ ਹੋਏ ਹੈ ਸੋਏ, ਮੇਰਾ ਕੀਆ ਕਛੂ ਨਾ ਹੋਏ। ਰਾਜਾ ਕਹਿੰਦਾ ਗੱਲ ਸੁਣ ਲਾ, ਜਾਂ ਤਾਂ ਤੂੰ ਅੱਜ ਤੋਂ ਬੀਠਲ ਬੀਠਲ ਕਹਿਣਾ, ਹਰੀ ਹਰੀ ਕਹਿਣਾ, ਰਾਮ ਰਾਮ ਕਹਿਣਾ ਬੰਦ ਕਰ ਤੇ ਮੁਸਲਮਾਨ ਬਣ ਜਾ, ਸਾਡਾ ਕਲਮਾ ਪੜ੍ਹ, ਤੈਨੂੰ ਮੈਂ ਛੱਡ ਦੂੰਗਾ। ਕਹਿੰਦਾ ਬਿਲਕੁਲ ਨਹੀਂ। ਫਿਰ ਜਾਂ ਮੇਰੀ ਗਾਂ ਜਿਉਂਦੀ ਕਰ। ਕਹਿੰਦਾ ਮੈਂ ਗਾਂ ਜਿਉਂਦੀ ਕਰ ਹੀ ਨਹੀਂ ਸਕਦਾ। ਪ੍ਰਭ ਲੋਗਣ ਪਹਿ ਆਵੈ ਸ਼ਰਮਾ ਭਾਵ, ਉਹ ਇਹੋ ਜਿਹੀਆਂ ਕਰਾਮਾਤਾਂ ਵਿਖਾਉਣ ਤੋਂ ਸ਼ਰਮ ਮੰਨਦੇ ਆ। ਪ੍ਰਭ ਲੋਗਣ ਪਹਿ ਆਵੈ ਲਾਜਾ, ਇਹੋ ਜਿਹੇ ਕੰਮ ਕਰਦੇ ਆ, ਕਦੇ ਵੀ ਉਹ ਕਰਾਮਾਤ ਨਹੀਂ ਵਿਖਾਉਂਦੇ। ਕੁਦਰਤੀ ਹੋ ਰਹੀਆਂ ਤੇ ਹੋ ਰਹੀਆਂ। ਨੌਵੇਂ ਪਾਤਸ਼ਾਹ ਨੇ ਇੱਕ ਵਾਰੀ ਨਹੀਂ ਕਿਹਾ ਔਰੰਗੇ ਨੂੰ ਵੀ ਅਸੀਂ ਕਰਾਮਾਤ ਕੀਤੀ ਹੈ, ਲੇਕਿਨ ਉੱਥੇ ਬੇਅੰਤ ਹੀ ਵਰਤੀਆਂ। ਕੋਈ ਸਤਨਾਮ, ਜੇ ਆਪਾਂ ਉੱਧਰ ਨੂੰ ਚਲੇ ਗਏ ਤਾਂ ਕਹਾਣੀ ਬੜੀ ਲੰਮੀ ਹੋ ਜਾਣੀ ਆ। ਤਾਂ ਉਸ ਨੇ ਰਾਜੇ ਨੇ ਬੰਨ੍ਹ ਦਿੱਤਾ ਭਗਤ ਜੀ ਨੂੰ ਸੰਗਲ ਪਾ ਕੇ। ਬਾਣੀ ਦੇ ਵਿੱਚ ਸ਼ਬਦ ਆਇਆ, ਕਹਿੰਦਾ ਤੈਨੂੰ 10 ਘੜੀਆਂ ਦਿੱਤੀਆਂ, ਇੰਨੇ ਦੇ ਵਿੱਚ ਵੀ ਜ਼ਿਆਦਾ ਗਾਂ ਜਿਉਂਦੀ ਕਰਦੇ, ਜਾਂ ਅੱਜ ਤੋਂ ਬਾਅਦ ਖੜਾ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾ। ਨਾਮਦੇਵ ਦੀ ਬੇਬੇ ਨੂੰ ਪਤਾ ਲੱਗਿਆ, ਭੱਜੀ ਭੱਜੀ ਆਈ, ਪੋਤੂ ਰੋਜ਼ ਤਾਂ ਕਹਿਣਾ ਰਾਮ ਤੇ ਅੱਲਾ 'ਚ ਕੋਈ ਫਰਕ ਨਹੀਂ, ਤੂੰ ਅੱਲਾ ਅੱਲਾ ਕਹਿਣਾ। ਕਹਿੰਦੇ ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਂ ਹੈ। ਪਿੰਡ ਪੜ੍ਹੇ ਤਉ ਹਰ ਗੁਣ ਗਾਏ, ਸ੍ਰੀ ਡਿੱਗ ਪਵੇ ਮੈਂ ਹਰੀ ਹਰੀ ਕਰੂੰਗਾ। ਤੂੰ ਮੇਰੀ ਮਾਂ ਹੀ ਨਹੀਂ, ਮੈਨੂੰ ਇਹੋ ਜਿਹੀ ਸਲਾਹ ਦਿੰਦੀ ਹੈ। ਇਹ ਸੱਚ 'ਤੇ ਖੜਨ ਦੀ ਗੱਲ ਉਹਨਾਂ ਭਗਤਾਂ ਨੇ ਸੱਚ ਨੂੰ ਪ੍ਰਗਟ ਕਰਨ ਵਾਸਤੇ ਆਪਣੀ ਜ਼ਿੰਦਗੀਆਂ ਲਾ ਦਿੱਤੀਆਂ। ਆ ਸਤੀ ਦੀ ਰਸਮ ਨੂੰ ਵੀ ਬੰਦ ਕੀਤਾ ਉਹਨਾਂ ਭਗਤਾਂ ਨੇ। ਗੁਰੂ ਸਾਹਿਬ ਨੇ ਕਾਨੂੰਨ ਬਣਾਇਆ, ਤੀਜੇ ਪਾਤਸ਼ਾਹ ਨੇ ਆਪਣੇ ਅਕਬਰ ਦੇ ਕੋਲੋਂ। ਅਖੀਰ ਭਗਤ ਜੀ ਦੇ ਜਿਹੜੇ ਸੰਗਲ ਪਾਏ ਸੀ, ਬੇੜੀਆਂ ਪਾਈਆਂ ਸੀ, ਉਹ ਖੜਕਾ ਕੇ ਪਰਮੇਸ਼ਰ ਨਾਲ ਧਿਆਨ ਜੋੜ ਲਿਆ। ਭਗਤੀ ਕਰਨ ਲੱਗੇ, ਰੱਬ ਨੂੰ ਯਾਦ ਕਰਨ ਲੱਗੇ। ਸਾਧ ਘੜੀ ਜਾਂ ਬੀਤੀ ਸੁਣੀ, ਆ ਜੋ ਨਾ ਆਇਓ ਤੇਰੇ ਭਵਨ ਧਣੀ। ਜਾਂ ਕਮਾਲ ਹੋ ਗਈ, ਹਜੇ ਤੱਕ ਆਇਆ ਨਹੀਂ ਗਾ ਤਿੰਨਾਂ ਲੋਕਾਂ ਦਾ ਮਾਲਕ। ਜਦੋਂ ਉੱਪਰ ਨਿਗਾਹ ਮਾਰੀ, ਪਖੰਤਨ ਬਾਜ ਬਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ। ਪਰਮੇਸ਼ਰ ਸਾਹਮਣੇ ਆ ਗਿਆ। ਮੇਰੀ ਬਾਂਦੀ ਭਗਤ ਛਡਾਵੇ, ਬਾਂਧਿਆ ਭਗਤ ਨੇ ਛੂਟੇ ਮੋਹੇ। ਕੀ ਹੋਇਆ ਤੈਨੂੰ, ਕਿਹਨੇ ਬੰਨਿਆ? ਨਹੀਂ ਮਾਰਾ, ਕਿਸੇ ਨੇ ਨਹੀਂ ਬੰਨਿਆ। ਫਿਰ ਕੀ ਕਾਰਨ ਆ ਸੰਗਲ ਪਾਏ ਆ? ਕਹੇ ਤਾਂ ਧਰਨੇ ਕੋਡੀ ਕਰੋ। ਨਹੀਂ ਮਹਾਰਾਜ, ਧਰਤੀ ਕਹਿੰਦੇ ਮੂਧੀ ਕਰਦੇ ਆ। ਉਹ ਨਹੀਂ, ਕਹੇ ਤਾਂ ਲੈ ਕਰ ਉੱਪਰ ਧਰੋ, ਕਹੇ ਤਾਂ ਮਾਰ ਕੇ ਲੈ ਜਾ, ਸਾਰਿਆਂ ਨੂੰ ਪੁੱਠੀ ਮਾਰਦੇ ਆ। ਨਹੀਂ ਮਹਾਰਾਜ, ਇਹਨਾਂ ਨੇ ਆਪਣਾ ਕੀ ਵਿਗਾੜਿਆ? ਫਿਰ ਰੌਲਾ ਕੀ ਆ ਮੈਨੂੰ ਦੱਸ। ਕਹਿੰਦੇ ਕੋਈ ਰੌਲਾ ਨਹੀਂ, ਰੌਲਾ ਮੈਨੂੰ ਪਤਾ ਲੱਗ ਗਿਆ। ਤੂੰ ਗਾਂ ਜਿਉਂਦੀ ਕਰਨ ਨੂੰ ਕਹਿੰਦੇ ਆ, ਤੈਨੂੰ ਜਿਉਂਦੀ ਕਰਦੇ ਆ। ਕਹਿੰਦੇ ਮਹਾਰਾਜ ਮੇਰੇ ਵਾਸਤੇ ਨਹੀਂ। ਪ੍ਰਣਵੈ ਨਾਮਾ ਸੇਲ ਮਸੇਲ, ਗਊ ਦੁਹਾਈ ਬਛੜਾ ਮੇਲ। ਉਹ ਜਿਹੜਾ ਬੱਚਾ ਕੱਲ੍ਹ ਦਾ ਭੁੱਖਾ ਮਰਦਾ, ਉਹਦੀ ਮਾਂ ਹੈ, ਉਹਦੇ ਵਾਸਤੇ ਜਿਉਂਦੀ ਕਰਨੀ ਤੇ ਕਰਦੇ। ਕਹੋ ਸਤਨਾਮ। ਮੈਂ ਆਪਦੀ ਜਾਨ ਬਚਾਉਣ ਪਿੱਛੇ ਨਹੀਂ ਕਹਿੰਦਾ। ਤੁਰੰਤ ਹੀ ਗਾਂ ਜਿਉਂਦੀ ਹੋ ਗਈ, ਪਰਮੇਸ਼ਰ ਲੋਪ ਹੋ ਗਏ। ਵਜ਼ੀਰਾਂ ਮੰਤਰੀਆਂ ਨੇ, ਨੌਕਰਾਂ ਰੱਕਰਾਂ ਨੇ ਗਾਂ ਚੋਈ। ਦੁੱਧ ਹੈ ਦੋਹੇ ਜਾਂ ਮਟਕੀ ਭਰੀ, ਲੈ ਬਾਦਸ਼ਾਹ ਕੇ ਆਗੇ ਧਰੀ। ਔਰ ਦੁੱਧ ਦੀ ਮਟਕੀ, ਉਹ ਟੋਕਣੀ ਦੇ ਕੇ ਨਾ ਕੱਛ 'ਚ ਐਂ ਚੋਂਦਿਆ ਕਰਦੇ ਸੀ। ਪਹਿਲਾਂ ਆਪਾਂ ਬਾਲਟੀ ਨਾਲ ਚੋਂਦੇ ਹਾਂ। ਉਹ ਟੋਕਣੀ ਭਰ ਕੇ ਦੁੱਧ ਦੀ ਚੌਕੇ ਤੇ ਰਾਜੇ ਕੋਲ ਲਿਜਾ ਕੇ ਧਰਤੀ। ਰਾਜੇ ਥੋੜ੍ਹਾ ਦੁੱਧ ਚੂੜੀ 'ਚ ਪਾ ਕੇ ਤੇ ਪੀਤਾ। ਪੀਂਦਿਆਂ ਹੀ ਢਿੱਡ ਦੁਖਣ ਲੱਗ ਗਿਆ। ਕੋਈ ਸਤਨਾਮ। ਜਦੋਂ ਢਿੱਡ ਦੁਖਣ ਲੱਗਿਆ, ਬੜੀਆਂ ਦਵਾਈਆਂ ਲਈਆਂ ਵੈਦਾਂ ਤੋਂ, ਦਵਾਈ ਕੋਈ ਲੱਗੇ ਹੀ ਨਾ। ਤੇ ਜਦ ਦਵਾਈ ਨਾ ਲੱਗੀ ਤੇ ਸਿਆਣੇ ਬੰਦੇ ਕਹਿੰਦੇ, ਪਹਿਲਾਂ ਸਿਆਰਿਆਂ ਨੇ ਕਿਹਾ ਸੀਗਾ ਵੀ ਤੈਨੂੰ ਇਹਦੇ ਬਦਲੇ ਸੋਨਾ ਦੇ ਦਿੰਦੇ ਆ, ਜਿੰਨਾ ਨਾਮਦੇਵ ਦਾ ਭਜਨ ਇਹਨੂੰ ਛੱਡ ਦੇ, ਇੰਨਾ ਸੋਨਾ ਤੋਲ ਦਿੰਦੇ ਆ। ਕਹਿੰਦਾ ਸੋਨਾ ਲਿਓ ਤੋ, ਮੈਂ ਸੋਨਾ ਲੈ ਕੇ ਰਿਸ਼ਵਤ ਲੈ ਕੇ ਨਰਕਾਂ ਨੂੰ ਜਾਣਾ?
क्योंकि मुसलमान आपदे धर्म 'ਚ पक्का सीगा। कहना मैं रिश्वत नहीं लैनी, कहते ठीक है ना ले। पर जिस वे ढिड दुखन लगे आ फिर वैदा ने जोर ला लिया, ढिड ना हटिया। अखीर सियाने बंदे कहने तू गलती की है, भगत जी तो माफ़ी मंगनी पैनी आ। जिन्ना चिर माफ़ी नहीं मंगता उन्ना चिर पेट दर्द नहीं हटता तेरा। फिर की करदा, बख्श नामो हों तेरी गाए, आखिर ते वचन लिखते पातशाह बाणी च, बख्श हिंदू मैं तेरी गाय, जिमें तू गां नूं माफ़ करता बख्शता जिउंदी करता, मैनू भी बख्श दे। कहना बिल्कुल नहीं, मैं कौन आ बख्शण वाला। ये तैनू रब ने तजर्बा दिखाया है कि एवें भगतां दे नाल ना गरीब लोकां नाल अड़ीदा नहीं हुंदा। कोई सतनाम सी, रब तो माफ़ी मंग परमेश्वर तो। फिर उसने माफ़ियाँ मंगियां, फिर वह पेट दर्द हटिया। जो अब की बार ना जीवै गाय तो नाम देव का पतिया जाए। कहते जे अज गां जिउंदी ना हुंदी ते भगत जी का तो दुनिया का दुनिया रब तो जिहड़ा सी विश्वास उठ जाता। पर ऐ किवें उठन दिंदा अगला। अपने भगतां दी लाज रखदा आया, हर जुग जुग भगत पाया, पैज रखदा आया। राम राजे हरनाकश दुष्टर मारिया, प्रहलाद तराया। तो मैं कह रहा सीगा कि जेड़े ऋषि मुनि रब दे प्यारे ने वो इस काम नूं करके लोकां विच डौंडी नहीं पिटदे, वो शर्म मनदे आ। कहंदे यार की दसना लोकां नूं कि मैं नहा के आया तीर्थां ते। कोई सतनाम। तीर्थ वर्त याद कर कर्म, तीर्थ वर्त आदि धर्म दे काम करके रौला पाउण दी लोड़ नहीं। रोटी खा के पचाउंदे ही हो, इहनूं भी पचा लो। जे इहदा रौला पाओगे तो ये चंगी गल नहीं है। इस करके नह अभिमान धरो जुत शर्म, शर्म मनो इस गल दी, लाज मनो भी नहीं। जे आपां कोई चंगा काम परमेश्वर ने किया, सानू दात बख्शी, असी कोई वड्डा लंगर चलाता, कोई होर वड्डा कर्म करता, फिर उहदा रौला पाउण दी लोड़ नहीं, उहनूं गुप्त कर दिओ। जे दाना बीज के गुप्त करोगे ना तां फल देऊगा। जे तुसी दाना बीजण तो बाद रोज़ ही जाके फरोल के देखो उगरिया कि नहीं उगरिया, तो चिड़ियाँ चुक के लै जाणगियां। को सतनाम। इस करके नेकी कर दरिया में डाल। हातमताई कहंदा चंगे काम करो खूह च पा दिओ, भुल जाओ। जिमें जिमीदार कणक बीज के खेत नूं फरोलदा नहीं, भुल जाता है, तो समा आउण ते उहदी 40 गुणा 50 गुणा या 70 गुणा वध मिलती है। उसनूं चंगे काम का फल मिलूगा। पर नेकी कर दरिया में डाल, कर है सो कर्म धर अभिमान, नेफल जात जो गज इशनान। पर जे तुसी नहीं हटना तो फिर सोडा यह किया होया धर्म का कारज कोई भी आ, चाहे तुसी धार्मिक स्थानां दे दर्शन करके आए हो, तीर्थ यात्रा करके आए हो, कोई नेकी की है, किसी गरीब का भला किया, किसी लड़की का विआह कर दिता, ये बहुत चंगे काम है। ये छोटे छोटे काम बहुत चंगे न। पर जे कोई ये काम करके हंकार करे, कोई साडी संस्था बनी है, असी इन्नियां कुड़ियां दे विआह कीते अज तक, तुसी की करदे हो? हंकार नहीं करना। बस जिहड़ा हंकार है ना एक अग है, जिवें लख मन मड़ियाँ इकट्ठियां करके लकड़ां इकट्ठियां करके, हंकार दी अग है जिहड़ी ये सोडे चंगे कर्मां नूं साड़ दूगी। नाम दी अग है जिहड़ी नाम जपना, ये माड़े कर्मां नूं साड़ दूगा। कोई सतनाम। इस करके गुरु कृपा करन। पर जेड़ा कोई कर्म करके हंकार करता है उसका किया होया कर्म इउं निफल जाता। जिमें हाथी दरिया में आके नहाउंदा है ते बाहर आके अपनी सुंड नाल चक चक के रेता पा लैंदा, कोई ना उहदा नहाता निफल जाता। इस करके करे जो कर्म धरे अभिमान, निफल जात जो गज इशनान, तीर्थ वर्त अरदान कर। पढ़ लो बाणी चो 9वें पातशाह जी की पंक्ति। तीर्थ वर्त अरदान कर मन में धरे गुमान, नानक ने फल जात ते ज्यों कुंचर इशनान। इस करके संभलो अपनो जस पर निंद न कह ता इसे ते पे अकल है। आप दी सिफत ना सुनो ना करो, दूजे दी निंदिया ना सुनो ना करो। को सतनाम। गुर की निंदा सुने ना कहानी तो बहुत बड़ी गल है। आम मनुख की भी निंदिया ना करो तो आप दी सिफत ना करो आप दे मूँह चो। दुनिया जो मर्जी कहे पर सुन के उस ते खुश ना होवो बहुत है। को सतनाम। प्रीतम जी कहते अपना जस दूजे दी निंदिया कदे भी ना सुनो, जे करोगे
ਤਾਂ ਇਹ ਵੀ ਤੁਹਾਡੇ ਅੰਦਰ ਮਾੜਾ ਕਰਮ ਤਿਆਰ ਹੋ ਜਾਣਾ ਜੀ। ਦਾਨ ਕਰ ਮੁਖ ਤੇ ਨਹਿ ਭਾਖੈ ਸਦਾ ਛਪਾਵਨ ਕੋ ਅਬਲਖੈ। ਕੋਈ ਕਿਸੇ ਲੋੜਵੰਦ ਦੀ ਮਦਦ ਕੀਤੀ ਹੈ ਨਾ, ਸੱਜੇ ਹੱਥ ਨਾਲ ਫੜਾਇਆ ਤੇ ਖੱਬੇ ਨੂੰ ਪਤਾ ਨਾ ਲੱਗੇ ਵੀ ਕੀ ਕੀਤਾ ਇਹਨੇ। ਕਹੋ ਸਤਨਾਮ। ਦਾਨ ਕੀਤਾ ਹੋਇਆ ਰੌਲਾ ਨਾ ਪਾਓ। ਮੁਖ ਤੇ ਨਾ ਭਾਖੈ, ਬੋਲ ਕੇ ਦੱਸਣ ਦੀ ਲੋੜ ਨਹੀਂ ਹੈ। ਚੰਗੇ ਕਰਮਾਂ ਨੂੰ ਗੁਪਤ ਹੀ ਕਰਦਿਆ ਕਰੋ ਜੀ। ਮਿੱਠਾ ਬੋਲਣਾ ਮਦਰ ਕਹਿ ਸਭ ਕੋ ਤ੍ਰਿਪਤਾਵੈ। ਫੀਕਾ ਬੋਲਣ ਨਾ ਕਿਸੀ ਦੁਖਾਵੈ। ਹਾਂ, ਮਿੱਠਾ ਬੋਲਣਾ ਕੀ ਹੈ? ਕਿਉਂਕਿ ਪਰਮੇਸ਼ਰ ਦਾ ਇੱਕ ਸੁਭਾਅ ਲਿਖਿਆ ਸਤਿਗੁਰਾਂ ਨੇ ਬਾਣੀ 'ਚ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਉ ਸੰਭਲ ਥੱਕੀ ਜੀਓ ਕਦੇ ਨਾ ਬੋਲੇ ਕੌਰਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ। ਔਗਣ ਕੋ ਨਾ ਚਿਤਾਰੇ। ਤੇ ਜੇ ਉਹਦੇ ਵਿੱਚ ਮਿਲਣਾ ਹੋਵੇ ਤੇ ਫਿਰ ਕੀ ਕਰਨਾ ਪਊਗਾ? ਸਾਨੂੰ ਉਹਦੇ ਵਰਗਾ ਹੀ ਬਣਨਾ ਪਊਗਾ। ਹਰ ਕਾ ਸੇਵਕ ਸੋ ਹਰ ਜਿਹਾ, ਤਾਂ ਹਰੀ ਵਿੱਚ ਮਿਕਸ ਹੋਊਗਾ ਜੇ ਉਹਦੇ ਵਰਗਾ ਹੋਊਗਾ। ਧਾਤ ਮਿਲੈ ਫੁਨ ਧਾਤ ਕੋ, ਲਿਵ ਲਿਵੈ ਕੋ ਧਾਵੈ। ਬਾਣੀ ਦਾ ਬਚਨ। ਧਾਤ ਹੁੰਦੀ ਹੈ ਸੋਨਾ ਚਾਂਦੀ ਤਾਂਬਾ ਪਿੱਤਲ। ਜਦ ਸੁਨਿਆਰਾ ਇਸ ਨੂੰ ਢਾਲਦਾ ਹੈ ਤੇ ਸੋਨੇ ਦੇ ਵਿੱਚ ਇਹ ਧਾਤਾਂ ਹੀ ਮਿਲ ਸਕਦੀਆਂ। ਕਹੋ ਸਤਨਾਮ। ਤੇ ਲਿਵ ਹੁੰਦਾ ਪ੍ਰੇਮ, ਤੇ ਲਿਵ ਹੈ ਜਿਹੜੀ ਉਹ ਲਿਵ ਦੇ ਨਾਲ ਹੀ ਮਿਕਸ ਹੋਵੇਗੀ। ਪ੍ਰੇਮ ਨੂੰ ਪ੍ਰੇਮ ਹੀ ਖਿੱਚੂਗਾ। ਆਪਾਂ ਪ੍ਰੇਮ ਕਰਾਂਗੇ ਤੇ ਆਪਾਂ ਨੂੰ ਵੀ ਅੱਗੋਂ ਪ੍ਰੇਮ ਮਿਲੂਗਾ। ਕਹੋ ਸਤਨਾਮ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਮਿੱਠਾ ਬੋਲੋ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ ਫਿੱਕਾ ਫਿੱਕੀ ਸੋਏ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਪਾਣਾ ਜੁੱਤੀਆਂ ਖਾਂਦਾ। ਹੁਣ ਜੋ ਗਾਲਾਂ ਕੱਢੂਗਾ ਬਾਹਰ ਜਾ ਕੇ ਸਾਨੂੰ ਕਿਸੇ ਨੂੰ, ਤੇ ਫਿਰ ਇਹ ਤਾਂ ਪ੍ਰਤੱਖ ਹੀ ਹੈ ਨਾ। ਤੇ ਪਾਤਸ਼ਾਹ ਨੇ ਗੱਲਾਂ ਬਾਣੀ 'ਚ ਲਿਖਤੀਆਂ, ਬਚ ਕੇ ਰਹੋ। ਇਸ ਕਰਕੇ ਮਿੱਠਾ ਬੋਲਣਾ ਚਾਹੀਏ ਸਭ ਦੇ ਨਾਲ। ਮਿੱਠਾ ਬੋਲਿਆ ਅਗਲਾ ਵੀ ਧੰਨਵਾਦ ਕਰੂਗਾ, ਮਿੱਠਾ ਬੋਲੂਗਾ। ਫਿੱਕਾ ਬੋਲ ਨਾ ਕਿਸੇ ਦੁਖਾਵੇ। ਕਿਸੇ ਨੂੰ ਕੌੜੇ ਬਚਨ ਵੇਖ ਕੇ ਦੁੱਖ ਨਹੀਂ ਦੇਣਾ ਚਾਹੀਏ ਜੀ। ਧਰਮ ਕਿਰਤ ਕਰ ਦਰਬ ਕਮਾਵੈ। ਵੰਡ ਛਕਣਾ ਵੰਟ ਅਤ ਥਾਣਾ ਕੋ ਪੁਨ ਖਾਵੈ। ਧਰਮ ਦੀ ਕਿਰਤ ਕਰੋ। ਧਰਮ ਦੀ ਕਿਰਤ ਹੈ ਦਸਾਂ ਨੌਹਾਂ ਦੀ ਕਿਰਤ। ਮਿਹਨਤ ਕਰਕੇ ਕਮਾਈ ਕਰਨੀ, ਠੱਗੀਆਂ ਮਾਰ ਕੇ ਨਹੀਂ, ਮਿਹਨਤ ਕਰਕੇ। ਇਸ ਕਰਕੇ ਧਰਮ ਦੀ ਕਿਰਤ ਕਰੋ ਤੇ ਉਹਦੇ ਵਿੱਚੋਂ ਵੀ ਵੰਡ ਕੇ ਛਕਣਾ ਕਰੋ। ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ। ਇਹ ਤਿੰਨ ਬਚਨ ਬਾਬੇ ਨਾਨਕ ਨੇ ਸਾਨੂੰ ਸ਼ੁਰੂ 'ਚ ਦਿੱਤੇ ਨੇ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਅਤਿਥੀਆਂ ਹੁੰਦਾ ਲੋੜਵੰਦ, ਉਹਨਾਂ ਨੂੰ ਵੰਡ ਕੇ ਫਿਰ ਖਾਵੇ। ਇਸ ਤਰ੍ਹਾਂ ਦੇ ਬਚਨ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਜਿਸ ਵੇਲੇ ਗੁਰੂ ਪਿਆਰੋ ਸਤਿਗੁਰਾਂ ਦਾ ਇੱਕ ਸੇਵਕ ਜਦ ਵਪਾਰ ਕਰਨ ਵਾਸਤੇ ਸੰਗਲਾ ਦੀਪ ਨੂੰ ਜਾਂਦਾ ਹੈ ਤੇ ਉਸ ਵੇਲੇ ਉਸ ਨੂੰ ਇੱਕ ਹੁਕਮ ਦਿੰਦੇ ਨੇ ਜਾਂਦੇ ਹੋਏ ਨੂੰ। ਕਹਿੰਦਾ ਜੀ ਲਾਹੌਰ ਦਾ ਇਹ ਵਪਾਰੀ ਹੈ, ਸਤਿਗੁਰਾਂ ਦੇ ਹਜ਼ੂਰੀ 'ਚ ਆਇਆ ਔਰ ਇਸ ਨੇ ਵਪਾਰ ਕਰਨਾ ਸੀ। ਕਈ ਮਹੀਨੇ ਇੱਥੇ ਰਿਹਾ। ਕਹਿੰਦਾ ਜੀ ਹੁਣ ਮੈਂ ਕੰਮ ਵੀ ਕਰਨਾ, ਕਿਰਤ ਕਰਨੀ ਆ ਤੇ ਮੈਂ ਵਪਾਰ ਕਰਨ ਜਾਣਾ ਤੇ ਮੈਂ ਤੁਹਾਡੇ ਦਰਸ਼ਨ ਕਿਵੇਂ ਕਰਾਂਗਾ? ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਖਾ ਇੱਕ ਤਾਂ ਨਿਤਨੇਮ ਲੈ ਜਾ, ਇਹ ਬਾਣੀ ਪੜ੍ਹਿਆ ਕਰ। ਜਿੰਨੀ ਕੁ ਪਾਤਸ਼ਾਹ ਨੇ ਉਦੋਂ ਉਚਾਰੀ ਸੀ ਨਾ ਉਹਨੂੰ ਦੇ ਦਿੱਤੀ। ਜਿਵੇਂ ਜਪਜੀ ਸਾਹਿਬ ਸਤਿਗੁਰਾਂ ਨੇ ਲਗਭਗ ਉਦੋਂ ਤਿਆਰ ਕਰ ਲਿਆ ਸਿੱਖਾਂ ਵਾਸਤੇ। ਇੱਕੇ ਬਾਣੀ ਲੈ ਜਾ ਤੇ ਇੱਕ ਤੜਕੇ ਵਪਾਰ ਕਰਨ ਤੋਂ ਪਹਿਲਾਂ ਤੜਕੇ ਸਦੇਹਾਂ ਉੱਠਣਾ ਹੈ ਤੋਂ 3 ਵਜੇ ਉੱਠ ਕੇ ਇਸ਼ਨਾਨ ਕਰਨਾ। ਇਸ਼ਨਾਨ ਕਰਕੇ ਆਪਣਾ ਇਹ ਬਾਣੀ ਪੜ੍ਹਨੀ ਆ, ਨਾਮ ਜਪਣਾ। ਫਿਰ ਦਿਨ ਚੜ੍ਹੇ ਤੋਂ ਜਿਹੜਾ ਹੈ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਆ। ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਆਸੇ ਪਾਸੇ ਜਿਹੜਾ ਵੀ ਕੋਈ ਹੋਵੇ ਉਹਨੂੰ ਵੰਡ ਕੇ ਫਿਰ ਛਕਣੀ ਆ। ਫਿਰ ਕੰਮ ਸ਼ੁਰੂ ਕਰਨਾ। ਤੇ ਜਿਸ ਵੇਲੇ ਗੁਰੂ ਪਿਆਰਿਓ ਉਸ ਵਪਾਰੀ ਨੇ, ਉਸ ਭਾਈ ਸਾਹਿਬ ਨੇ ਉੱਥੇ ਜਾ ਕੇ ਕੰਮ ਆਰੰਭ ਕੀਤਾ ਨਾ, ਉਸ ਇਲਾਕੇ ਦੇ ਜਿਹੜੇ ਲੋਕ ਸੀਗੇ ਤਾਂ ਸੰਗਲਾ ਦੀਪ ਦੇ ਇਲਾਕੇ ਦੇ ਲੋਕ ਦੇਵੀਆਂ ਨੂੰ ਮੰਨਦੇ ਸੀਗੇ ਤੇ ਉਹ ਗਿਆਰਸ ਦਾ ਵਰਤ ਰੱਖਦੇ ਸੀਗੇ। ਗਿਆਰਸ ਵਾਲੇ ਦਿਨ ਸਾਰਾ ਸ਼ਹਿਰ ਚੁੱਲ੍ਹੇ 'ਚ ਅੱਗ ਨਹੀਂ ਸੀ ਮਚਾਉਂਦਾ ਔਰ ਮੰਦਰਾਂ ਵਿੱਚ ਜਾਂਦੇ, ਤੀਰਥਾਂ 'ਤੇ ਇਸ਼ਨਾਨ ਕਰਦੇ। ਹੁਣ ਕੁਝ ਲੋਕਾਂ ਨੇ ਭਾਈ ਸਾਹਿਬ ਜੀ ਨੂੰ ਵੇਖਿਆ ਵੀ ਯਾਰ ਇਹ ਕਿਹੋ ਜਿਹਾ ਹਿੰਦੂ ਹੈ, ਕਿਉਂਕਿ ਉਦੋਂ ਹਿੰਦੂ ਮਤ ਸੀਗੀ, ਇਹ ਕਿਹੋ ਜਿਹਾ ਹੈਗਾ, ਇਹ ਨਾ ਤਾਂ ਕਦੇ ਮੰਦਰ ਜਾਂਦਾ ਵੇਖਿਆ ਬੰਦਾ, ਇਹ ਵਪਾਰੀ ਹੈਗਾ, ਠੀਕ ਆ, ਪੇਸ਼ਪੂਸ਼ਾ ਇਹਦੀ ਹਿੰਦੂਆਂ ਵਾਲੀ ਲੱਗਦੀ ਆ। ਆਪਣੇ ਨੂੰ ਪੁੱਛਦੇ ਆ ਵੀ ਕੀ ਗੱਲ ਆ ਬਈ ਤੂੰ ਆਪਣੇ ਮੰਦਰਾਂ 'ਚ ਕਿਉਂ ਨਹੀਂ ਜਾਂਦਾ ਗਾ? ਗਿਆਰਸ ਵਾਲੇ ਦਿਨ ਤੂੰ ਅੱਗ ਕਿਉਂ ਮਚਾਉਣਾ? ਸਾਡੇ ਇਲਾਕੇ 'ਚ ਅੱਗ ਨਹੀਂ ਮਚਦੀ।
ਤੇ ਕੁਝ ਲੋਕਾਂ ਨੇ ਜਾ ਕੇ ਮੌਕੇ ਦੇ ਰਾਜੇ ਕੋਲੇ ਸ਼ਿਕਾਇਤ ਕਰਤੀ ਵੀ ਇੱਕ ਬਾਹਰੋਂ ਵਪਾਰੀ ਆਇਆ ਹੈਗਾ ਤੇ ਆਪਣੇ ਨਾ ਸਾਰੇ ਇਲਾਕੇ ਦੀ ਜਿਹੜੀ ਹੈ ਨਾ ਜਵਾਕਾਂ ਦੀ ਜ਼ਿੰਦਗੀ ਖਰਾਬ ਕਰ ਦੂਗਾ। ਕਿਉਂ? ਨਾ ਉਹ ਵਰਤ ਰੱਖਦਾ ਹੈ, ਨਾ ਉਹ ਤੜਕੇ ਉੱਠ ਕੇ ਨਹਾਉਂਦਾ, ਉਹ 2 ਵਜੇ ਨਹਾ ਲੈਂਦਾ। ਉਹ ਦਿਨ ਚੜ੍ਹੇ ਵੇਖਦੇ ਉਸ ਨੂੰ, ਕਹਿੰਦੇ ਨਾ ਉਹ ਤੜਕੇ ਉੱਠ ਕੇ ਨਹਾਉਂਦਾ, ਉਹ ਨਾ ਵਰਤ ਰੱਖਦਾ, ਨਾ ਮੰਦਰਾਂ ਵੀ ਜਾਂਦਾ, ਨਾ ਤਿਲਕ ਲਾਉਂਦਾ, ਆਦਿ ਆਦਿ। ਤੇ ਵੇਖੋ ਵੇਖੀ ਆਪਣੇ ਜਵਾਕ ਵਿਗੜ ਜਾਣੇ ਆ। ਸੋਚਦਾ ਉਹਨਾਂ ਦੀ ਠੀਕ ਸੀਗੀ, ਪਰ ਆਪਾਂ ਇਸ ਪਾਸੇ ਨਹੀਂ ਸੋਚਿਆਗਾ। ਆਪਣੇ ਬੱਚੇ ਇਸੇ ਕਰਕੇ ਵਿਗੜਦੇ ਜਾ ਰਹੇ ਨੇ। ਕਹੋ ਸਤਨਾਮ। ਉਹਨਾਂ ਨੇ ਆਪਦੇ ਹਿਸਾਬ ਨਾਲ ਸੋਚਿਆ ਤੇ ਉਸੇ ਵੇਲੇ ਰਾਜੇ ਨੇ ਕਹਿੰਦੇ ਹੁਕਮ ਦਿੱਤਾ ਤੇ ਭਾਈ ਸਾਹਿਬ ਜੀ ਨੂੰ ਆਪਣੇ ਕੋਲ ਸੱਦ ਲਿਆ। ਹਾਂ ਬਈ, ਮੈਨੂੰ ਪਤਾ ਲੱਗਿਆ ਤੂੰ ਗਿਆਰਸ ਦਿਨ ਅੱਗ ਮਚਾਉਣਾ। ਸਾਡੇ ਕਾਨੂੰਨ ਹੈ ਵੀ ਇੱਥੇ ਗਿਆਰਸ ਦਾ ਵਰਤ ਰੱਖਣਾ, ਰੋਟੀ ਨਹੀਂ ਖਾਣੀ, ਕਿਸੇ ਨੇ ਅੱਗ ਨਹੀਂ ਮਚਾਉਣੀ। ਨਾ ਤੂੰ ਤੜਕੇ ਉੱਠ ਕੇ ਨਹਾਉਣਾ, ਨਾ ਤੂੰ ਮੰਦਰ ਵਿੱਚ ਜਾਣਾ, ਨਾ ਤਿਲਕ ਲਾਉਣਾ। ਉਹ ਕਹਿੰਦੇ ਰਾਜਾ ਸਾਹਿਬ ਇਹਨਾਂ ਕਰਮਕਾਂਡਾਂ 'ਚ ਕੀ ਰੱਖਿਆ? ਜੇ ਨਹਾਉਣ ਦੀ ਗੱਲ ਕਰਦੇ ਹੋ ਤਾਂ ਬੰਦਿਆਂ ਨੂੰ ਨਹਾਉਣਾ ਚਾਹੀਦਾ ਤੜਕੇ 3 ਵਜੇ। ਜੇ 3 ਵਜੇ ਨਹਾਵੇ ਤਾਂ ਉਹਦਾ ਇੰਨਾ ਫਲ ਮਿਲਦਾ ਜਿਵੇਂ ਮਨ ਪੱਕਾ ਸੋਨਾ ਦਾਨ ਕਰ ਦੇਵੇ। ਤੇ ਦਿਨ ਚੜ੍ਹੇ ਨਹਾਉਣਾ ਤਾਂ ਐਵੇਂ ਜਾਨਵਰਾਂ ਨੂੰ ਦੁੱਖ ਦੇਣਾ, ਕਿਉਂਕਿ ਉਦੋਂ ਲੋਕ ਦਰਿਆਵਾਂ 'ਚ ਨਹਾਉਂਦੇ ਸੀ। ਕਹੋ ਸਤਨਾਮ। ਜਿਹੜੀ ਤੁਸੀਂ ਗੱਲ ਕਰਦੇ ਹੋ ਮੰਦਰ ਜਾਣ ਦੀ, ਮੈਨੂੰ ਗੁਰੂ ਹੀ ਐਸਾ ਮਿਲਿਆ ਹੈ, ਉਹਨੇ ਮੇਰੇ ਸਾਰੇ ਕਰਮਕਾਂਡ ਹੀ ਕੱਟ ਦਿੱਤੇ। ਉਹਨੇ ਐਸਾ ਗਿਆਨ ਦਿੱਤਾ ਮੈਨੂੰ। ਜਿਹੜੀ ਅੱਗ ਮਚਾਉਣ ਦੀ ਗੱਲ ਕਰਦੇ ਹੋ ਤੜਕੇ ਉੱਠ ਕੇ, ਤੇ ਉਹ ਅਸੀਂ ਸਾਡਾ ਨਿਤਨੇਮ ਹੈ, ਉਹ ਅਸੀਂ ਕੜਾਹ ਪ੍ਰਸ਼ਾਦ ਤਿਆਰ ਕਰਨੇ, ਆਸੇ ਪਾਸੇ ਗਰੀਬਾਂ ਨੂੰ ਵੰਡ ਕੇ ਫਿਰ ਛਕਣਾ, ਫਿਰ ਆਪਣਾ ਵਪਾਰ ਕਰਨਾ। ਮਤਲਬ ਕਿ ਰਾਜੇ ਦੇ ਨਾਲ ਭਾਈ ਸਾਹਿਬ ਜੀ ਦੀਆਂ ਬਹੁਤ ਗੱਲਾਂ ਹੋਈਆਂ। ਰਾਜੇ ਦਾ ਪਿਆਰ ਜਾਗ ਪਿਆ, ਅੰਦਰੋਂ ਪ੍ਰੇਮ ਜਾਗ ਪਿਆ। ਜਦੋਂ ਭਾਈ ਸਾਹਿਬ ਨੇ ਸੱਚੀਆਂ ਗੱਲਾਂ ਸੁਣਾਈਆਂ, ਗਿਆਨ ਦੀਆਂ ਗੱਲਾਂ ਸੁਣਾਈਆਂ, ਰਾਜਾ ਕਹਿੰਦਾ ਯਾਰ ਤੇਰਾ ਗੁਰੂ ਕੌਣ ਹੈ, ਮੈਨੂੰ ਉਹ ਦੱਸ ਪਹਿਲਾਂ। ਕਹੋ ਸਤ। ਮੇਰਾ ਗੁਰੂ ਗੁਰੂ ਨਾਨਕ ਦੇਵ। ਕਿੱਥੇ ਰਹਿੰਦੇ ਨੇ? ਕਹਿੰਦੇ ਪੰਜਾਬ ਦੇ ਵਿੱਚ ਰਹਿੰਦੇ ਆ। ਕਹਿੰਦੇ ਮੈਂ ਉਹਨੂੰ ਮਿਲਣਾ ਚਾਹੁੰਦਾ, ਮੈਨੂੰ ਮਿਲਾ। ਇੰਨੀਆਂ ਗਿਆਨ ਦੀਆਂ ਗੱਲਾਂ। 10ਵੇਂ ਪਾਤਸ਼ਾਹ ਕਹਿੰਦੇ ਵਰਤ ਨਹੀਂ ਰੱਖਣੇ, ਚਲੋ ਰੱਖ ਵੀ ਲਿਆ ਤਾਂ ਕੋਈ ਗੱਲ ਨਹੀਂ, ਪਰ ਇਸ ਨੂੰ ਲੋਕਾਂ ਵਿੱਚ ਰੌਲਾ ਪਾਉਣ ਦੀ ਲੋੜ ਨਹੀਂ। ਮਤਲਬ ਵਰਤ ਰੱਖਣ ਦਾ ਮਤਲਬ ਇਹ ਨਹੀਂ ਗਾ ਕੋਈ ਕਰਮਕਾਂਡ ਕਰਨਾ। ਜੇ ਤੁਹਾਡਾ ਪੇਟ ਠੀਕ ਨਹੀਂ ਤੇ ਤੁਸੀਂ ਸ਼ਾਮ ਨੂੰ ਰੋਟੀ ਨਹੀਂ ਖਾਂਦੇ। ਕਹੋ ਸਤਨਾਮ। ਬਾਣੀ ਕੀ ਕਹਿੰਦੀ ਆ? ਇੱਦਾਂ ਨਹੀਂ ਵਰਤ ਰੱਖਣੇ ਵੀ ਅੱਜ ਕੁਛ ਖਾਣਾ ਨਹੀਂ ਗਾ, ਅੱਜ ਖੱਟਾ ਨਹੀਂ ਖਾਣਾ, ਅੱਜ ਮਿੱਠਾ ਨਹੀਂ ਖਾਣਾ, ਅੱਜ ਚਾਰ ਨੂੰ ਹੱਥ ਨਾ ਲੱਗ ਜੇ, ਨੂਣ ਨੂੰ ਹੱਥ ਨਾ ਲੱਗ ਜੇ, ਵਰਤ ਰੱਖਿਆ। ਉਹ ਵਰਤ ਨਹੀਂ ਰੱਖਣੇ। ਪ੍ਰੀਤਮ ਨੂੰ ਪੁੱਛੀਏ ਕਿਹੜਾ ਰੱਖੀਏ? ਅਲਪ ਆਹਾਰ, ਸੁਲਪਸੀ ਨਿੰਦਰਾ, ਥੋੜਾ ਖਾਣਾ ਥੋੜਾ ਸੌਣਾ। ਦਇਆ ਸ਼ਿਮਾ ਤਨ ਪ੍ਰੀਤ, ਜੀਵਨ ਵਿੱਚ ਦਇਆ ਸ਼ਿਮਾ ਪਹਿਲਾਂ ਪੜ੍ਹਿਆ, ਨਿਮਰਤਾ, ਤਨ ਪ੍ਰੀਤ ਆਪਣੇ ਆਪੇ ਦਾ ਧਿਆਨ ਧਰਨਾ, ਸੀਲ ਸੰਤੋਖ ਸਦਾ ਨਿਰਵਾਹੋ, ਹਵੈ ਵੋ ਤ੍ਰੈ ਗੁਣ ਅਤੀਤ। ਤਿੰਨਾਂ ਗੁਣਾਂ ਦਾ ਵਰਤ ਰੱਖੋ, ਰਜੋ ਤਮੋ ਸਤੋ ਤੋਂ ਉੱਚੇ ਉੱਠੋ। ਹਵੈ ਵੋ ਤ੍ਰੈ ਗੁਣ ਅਤੀਤ, ਅਤੀਤ ਹੁੰਦਾ ਛੱਡ ਦੇਣਾ। ਕਾਮ ਕ੍ਰੋਧ ਅਹੰਕਾਰ ਲੋਭ ਹੱਠ, ਮੋਹ ਨ ਮਨ ਸਿਓ ਲਿਆਵੈ, ਇਹਨਾਂ ਵਿਕਾਰਾਂ ਨੂੰ ਪਾਸੇ ਕਰ ਦੇਣਾ। ਕਾਮ ਕ੍ਰੋਧ ਅਹੰਕਾਰ ਲੋਭ ਹੱਠ ਮੋਹ ਨ ਮਨ ਸਿਓ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ। ਰਾਜਾ ਸਾਹਿਬ ਏਦਾਂ ਰੱਬ ਮਿਲੂਗਾ। ਕੋ ਸਤਨਾਮ। ਫਿਰ ਉਹ ਰਾਜਾ ਪਾਤਸ਼ਾਹ ਦਾ ਐਸਾ ਪਿਆਰਾ ਬਣਿਆ ਕਿ ਬਰਾਗਵਾਨ ਹੋ ਗਿਆ। ਤੇ ਪਖੰਡੀਆਂ ਨੇ ਵੀ ਸੋਚਿਆ ਵੀ ਸਿੰਗਲਾ ਦੀਪ ਦਾ ਰਾਜਾ ਨਾਨਕ ਨੂੰ ਮਿਲਣਾ ਚਾਹੁੰਦਾ। ਕਈ ਪਖੰਡੀ ਉੱਥੇ ਨਾਨਕ ਬਣ ਕੇ ਜਾਣ ਲੱਗੇ। ਕੋ ਸਤਨਾਮ। ਜਾ ਕੇ ਉਹਦੇ ਹੱਦ 'ਚ ਬਹਿ ਜਾਣ। ਪੁੱਛਿਆ ਕਰਨ ਰਾਜੇ ਦੇ ਬੰਦੇ ਵੀ ਤੁਸੀਂ ਕੌਣ ਜੀ? ਅਸੀਂ ਜੀ ਨਾਨਕ। ਅੱਛਾ। ਰਾਜੇ ਨੇ ਭੱਜ ਕੇ ਆਉਣਾ ਨੰਗੇ ਪੈਰੀ ਵੀ ਨਾਨਕ ਆ ਗਿਆ। ਜਦ ਪਤਾ ਲੱਗਦਾ, ਕਿਉਂਕਿ ਭਾਈ ਸਾਹਿਬ ਜੀ ਉਹਨੂੰ ਕੁਝ ਜੱਜਮੈਂਟ ਦੇ ਆਈ ਸੀਗੀ, ਐਡਰੈਸ ਦੇ ਆਏ ਸੀ ਪਾਤਸ਼ਾਹ ਜੀ ਦਾ, ਪਰ ਉਹ ਦੱਸਦਾ ਨਹੀਂ ਸੀ ਕਿਸੇ ਨੂੰ ਕਿ ਜੱਜਮੈਂਟ ਕੀ ਦਿੱਤੀ ਹੈ ਮੈਨੂੰ, ਇਹ ਗੁਪਤ ਰੱਖੀ ਸੀ ਉਹਨੇ। ਜਦੋਂ ਆਉਂਦਾ ਤੇ ਉਹ ਪਖੰਡੀ ਨਿਕਲਨੇ। ਪੰਜਾਂ ਚਾਰਾਂ ਕੋਲੇ ਤਾਂ ਆਇਆ ਤੇ ਰਾਜੇ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਯਾਰ ਮੈਨੂੰ ਲੁੱਟਣ ਤੇ ਲੱਗੇ ਹੋਏ ਆ ਦੁਨੀਆ। ਪਖੰਡੀ ਨਾਨਕ ਬਣ ਕੇ ਆਉਂਦੇ ਆ, ਜਿਵੇਂ ਪੰਜਾਬ ਦੇ ਵਿੱਚ ਅੱਜ ਇੱਟ ਚੱਕੀ ਤੋਂ ਜਣਾ ਖਾਣੇ ਬਣਿਆ ਫਿਰਦਾ। ਹੁਣ ਕੀ ਹੋਇਆ? ਰਾਜੇ ਨੇ ਵਜ਼ੀਰ ਨੂੰ ਕਿਹਾ ਵੀ ਰਾਜਾ ਵਜ਼ੀਰ ਸਾਹਿਬ ਤੁਸੀਂ ਜਾਇਆ ਕਰੋ, ਜੱਜਮੈਂਟ ਕਰੋ ਪਹਿਲਾਂ, ਜਦੋਂ ਅਸਲੀ ਨਾਨਕ ਆਵੇ ਤੇ ਮੈਨੂੰ ਦੱਸੋ। ਜੱਜਮੈਂਟ ਕਿਵੇਂ ਕਰਨੀ ਆ? ਪਹਿਲਾਂ ਉਹਨਾਂ ਨੂੰ ਕੱਪੜਿਆਂ ਦਾ ਲਾਲਚ ਦੇ ਕੇ ਦੇਖੋ, ਲੈਂਦੇ ਆ, ਕਈ ਲੈ ਕੇ ਤੁਰ ਜਾਂਦੇ ਆ। ਪੈਸੇ ਦਾ ਲਾਲਚ ਦਿਓ, ਲੈਂਦੇ ਆ, ਲੈ ਕੇ ਤੁਰ ਜਾਂਦੇ ਆ। ਜੇ ਸਾਰੀਆਂ ਵੱਟਾਂ ਲੰਘ ਜਾਂਦੇ ਆ ਤੇ ਅਖੀਰ ਤੇ ਇਹ ਸਾਧ ਡਿੱਗਦੇ ਨੇ, ਪਖੰਡੀ ਸਾਧ ਡਿੱਗਦੇ ਹਨ ਕਾਮ ਵਾਸ਼ਨਾ ਦੀ ਵੱਟ ਤੋਂ। ਕਹੋ ਸਤਨਾਮ। ਫਿਰ ਉਹਦੇ ਨਾਲ ਵਜ਼ੀਰ ਦੇ ਭੇਜਦਾ ਉਹ ਮੋਹਣੀਆਂ ਇਸਤਰੀਆਂ।
ਮੋਹਣੀਆਂ ਇਸਤਰੀਆਂ ਨੂੰ ਭੇਜਦਾ। ਫਿਰ ਉਹ ਕਹਿੰਦੀਆਂ ਬਾਬਾ ਜੀ ਅਸੀਂ ਨਾ ਤੁਹਾਡੀ ਸੇਵਾ 'ਚ ਆਏ ਹਾਂ, ਜਿਵੇਂ ਇੱਥੇ ਮੈਂ ਦੱਸਣ ਦੀ ਲੋੜ ਨਹੀਂ, ਸਾਰੇ ਜਾਣਦੇ ਹੋ, ਸਾਥੋਂ ਜੀ ਸੇਵਾ ਲਓ। ਉਹ ਕਹਿੰਦੇ ਹਾਂ ਬੀਬੀ ਠੀਕ ਹੈ, ਬਹੁਤ ਥੱਕੇ ਹੋਏ ਆ, ਸੇਵਾ ਕਰਦਿਆਂ ਪਤਾ ਲੱਗ ਜਾਂਦਾ ਬੀਬੀ ਪਖੰਡੀ ਆ, ਵਜ਼ੀਰ ਉਹਨੂੰ ਭਜਾ ਦਿੰਦੇ। ਕਹੋ ਸਤਨਾਮ। ਕਈ ਮਹੀਨੇ ਕੰਮ ਚੱਲਦਾ ਰਿਹਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਖਿੱਚ ਪਈ ਹੈ, ਕਿਉਂਕਿ ਉਹਦਾ ਵਿਰਾਗ ਬੜਾ ਤਕੜਾ ਸੀਗਾ, ਪ੍ਰੇਮ ਦੀਆਂ ਡੋਰੀਆਂ ਬੜੀਆਂ ਤਕੜੀਆਂ ਸੀਗੀਆਂ। ਪਾਤਸ਼ਾਹ ਨੂੰ ਖਿੱਚ ਪਈ, ਕਹਿੰਦੇ ਚੱਲ ਬਾਲਿਆ ਉਹ ਮਰਦਾਨਿਆ, ਚੱਲ ਇੱਕ ਲੰਬੀ ਯਾਤਰਾ ਕਰਕੇ ਆਈਏ। ਚਲੋ ਜੀ ਚਲੋ ਚਾਲ। ਸੰਗਲਾ ਦੀਪ ਪਹੁੰਚ ਗਏ। ਸੰਗਲਾ ਦੀਪ ਦੇ ਬਾਗ ਵਿੱਚ ਜਾ ਬੈਠੇ। ਕਾਲਾ ਬਾਗ ਸੀ, ਭਾਵ ਸੁੱਕਿਆ ਸੀ, ਕਾਲਾ ਹੋ ਗਿਆ ਸੀਗਾ। ਇਹਨਾਂ ਦੇ ਚਰਨ ਪਾਉਂਦਿਆਂ ਬਾਗ ਹਰਾ ਹੋ ਗਿਆ। ਮਾਲੀ ਭੱਜਿਆ, ਰਾਜਾ ਸਾਹਿਬ ਲੱਗਦਾ ਅੱਜ ਨਾਨਕ ਆ ਗਿਆ। ਇੱਕ ਸਾਧੂ ਐਸਾ ਆਇਆ, ਆਪਣਾ ਬਾਗ ਹਰਾ ਹੋਣ ਲੱਗ ਪਿਆ। ਹੁਣ ਤੁਹਾਨੂੰ ਪਤਾ ਵੀ ਦੁੱਧ ਦਾ ਡਰਾਇਆ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ। ਕਹੋ ਸਤਨਾਮ। ਰਾਜਾ ਸਿੱਧਾ ਨਹੀਂ ਆਇਆ, ਕਹਿੰਦਾ ਯਾਰ ਰਿੱਧੀਆਂ ਸਿੱਧੀਆਂ ਹੋ ਸਕਦੀਆਂ, ਕੀ ਪਤਾ ਉਹ ਨਾਨਕ ਹੈ ਕਿ ਨਹੀਂ ਹੈ। ਜਾ ਵਜ਼ੀਰਾ ਤੂੰ ਜਾ। ਵਜ਼ੀਰ ਆਉਂਦਾ ਹੈ, ਪਹਿਲਾਂ 36 ਪ੍ਰਕਾਰ ਦੇ ਭੋਜਨਾਂ ਦੀ ਆਫਰ ਦਿੰਦਾ। ਪਾਤਸ਼ਾਹ ਕਹਿੰਦੇ ਨਾਨਕ ਸਿਫਤੀ ਰੱਜਿਆ ਹੋਇਆ ਨਹੀਂ ਖਾਣੇ। ਫਿਰ ਉਹ ਕੱਪੜਿਆਂ ਦੇ ਬਾਰੇ ਕਹਿੰਦਾ ਜੀ ਤੁਹਾਡੇ ਕੱਪੜੇ ਗੰਦੇ ਹੋਏ ਪਏ ਆ, ਚੋਲਾ ਨਵਾਂ ਪਾ ਲਓ। ਕਹਿੰਦੇ ਨਹੀਂ, ਅਸੀਂ ਨਾਮ ਦਾ ਚੋਲਾ ਪਾਇਆ ਹੋਇਆ। ਫਿਰ ਉਹ ਹਰ ਤਰ੍ਹਾਂ ਦੇ ਫਿਰ ਥਾਲ ਭਰ ਕੇ ਲਿਆਉਂਦਾ ਮੋਹਰਾਂ ਦੇ। ਮਹਾਰਾਜ ਰਾਜਾ ਸਾਹਿਬ ਨੇ ਭੇਜੀ ਆ, ਇੰਨੀ ਕੁ ਭੇਟਾ ਤਾਂ ਪ੍ਰਵਾਨ ਕਰ ਲਓ। ਕਹਿੰਦੇ ਨਹੀਂ, ਸਾਨੂੰ ਮਾਇਆ ਦੀ ਲੋੜ ਨਹੀਂ ਹੈ, ਤੁਹਾਨੂੰ ਰਾਜਿਆਂ ਨੂੰ ਲੋੜ ਹੈ। ਉਹ ਸਾਰੇ ਜਾ ਕੇ ਦੱਸਦੇ ਆ, ਰੋਜ਼ ਰਿਪੋਰਟ ਜਾਂਦੀ ਹੈ ਰਾਜੇ ਕੋਲੇ ਵੀ ਅੱਜ ਆ ਨਹੀਂ ਮੰਨਿਆ। ਕਹਿੰਦੇ ਕੱਲ੍ਹ ਨੂੰ ਮੋਹਣੀਆਂ ਇਸਤਰੀਆਂ ਲੈ ਕੇ ਜਾਈ, ਫਿਰ ਹੋ ਸਕਦਾ ਇੱਥੋਂ ਪਰਖਿਆ ਜਾਵੇ। ਬੀਬੀਆਂ ਆ ਗਈਆਂ, ਬਾਬਾ ਜੀ ਰਾਜਾ ਸਾਹਿਬ ਨੇ ਤੁਹਾਡੀ ਸੇਵਾ 'ਚ ਭੇਜੇ ਆ, ਬਾਬੀ ਲੰਮੀ ਦੂਰ ਤੋਂ ਆਏ, ਲੱਗਦੇ ਹੋ ਥੱਕੇ ਹੋਵੋਗੇ, ਕੋਈ ਚਰਨਾਂ ਦੀ ਸੇਵਾ ਕਰੀਏ। ਬਾਬਾ ਜੀ ਕਹਿੰਦੇ ਰਹਿਣ ਦਿਓ ਬੇਟਾ, ਰਹਿਣ ਦਿਓ। ਜਦੋਂ ਮੂੰਹ 'ਚੋਂ ਬੇਟਾ ਕਿਹਾ ਨਾ, ਖਾਨੀ ਵਿੱਚ ਗਈਆਂ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿਣ ਲੱਗਿਆ ਨਹੀਂ ਰਾਜਾ ਸਾਹਿਬ ਦਾ ਹੁਕਮ ਹੈ ਵੀ ਜਿਹੜਾ ਵੀ ਸਾਧੂ ਆਵੇ ਉਹਦੀ ਮੁੱਠੀ ਚਾਪੀ ਕਰਕੇ, ਉਹਦੇ ਚਰਨ ਘੁੱਟ ਕੇ, ਉਹਦੀ ਜਲ ਪਾਣੀ ਛਕਾ ਕੇ ਸੇਵਾ ਕਰਨੀ ਹੈ। ਸਾਡੀ ਡਿਊਟੀ ਲਾਈ, ਅਸੀਂ ਉਹਦੀਆਂ ਨੌਕਰਾਨੀਆਂ। ਪਾਤਸ਼ਾਹ ਕਹਿੰਦੇ ਬੇਟਾ ਆਪਣੀਆਂ ਪਤੀਆਂ ਦੀ ਸੇਵਾ ਕਰਿਆ ਕਰੋ। ਨਾ ਮੰਨੀਆਂ, ਕਹਿੰਦੀਆਂ ਨਹੀਂ ਜੀ ਇੱਥੇ ਬਹੁਤ ਸਾਧ ਆਉਂਦੇ, ਅਸੀਂ ਸਾਰਿਆਂ ਦੀ ਸੇਵਾ ਕਰਦੀਆਂ। ਬਾਣੀ ਦਾ ਬਚਨ ਫਿਰ ਉੱਥੇ ਉਚਾਰਿਆ ਸੰਗਲਾ ਦੀਪ 'ਚ ਬਾਬੇ ਨਾਨਕ ਨੇ, ਗਾਛੋ ਪੁੱਤਰੀ ਰਾਜ ਕੁਆਰ, ਨਾ ਭਣੋ ਸੱਚ ਦੌੜ ਸਵਾਰ, ਦਿਮਾਗ ਟਿਕਾਣੇ ਕਰੋ, ਨਾਮ ਜਪੋ। ਜੇ ਤੁਹਾਡੀ ਸੇਵਾ ਹੀ ਕਰਨੀ ਹੈ ਨਾ, ਤੇ ਰਾਜਕੁਮਾਰਾਂ ਨਾਲ ਵਿਆਹ ਕਰਾ ਲਓ, ਆਪਣੇ ਪਤੀ ਦੀ ਸੇਵਾ ਕਰੋ। ਕਹਿੰਦੀ ਜੀ ਬਹੁਤ ਸਾਧ ਆਉਂਦੇ ਆ, ਅਸੀਂ ਤਾਂ ਸਾਰਿਆਂ ਦੀ ਸੇਵਾ ਕਰਦੇ ਆ। ਬਾਬਾ ਜੀ ਕਹਿੰਦੇ ਉਹ ਸਾਧ ਨਹੀਂ, ਉਹ ਕਾਂ ਹੈ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰੈ ਦੇਖ ਭੀਤ। ਉਹ ਤਾਂ ਜਿੱਥੇ ਕਾਮ ਦੀ ਬੁਰਕੀ ਦੇਖਦੇ ਆ, ਉੱਥੇ ਡਿੱਗ ਪੈਂਦੇ ਆ ਕਾਂ ਦੀ ਤਰ੍ਹਾਂ। ਉਹ ਸਾਧ ਨਹੀਂ ਹੋ ਸਕਦੇ, ਉਹ ਕਾਂ ਬਿਰਤੀ ਵਾਲੇ ਆ। ਮਤਲਬ ਕਿ ਵਜ਼ੀਰ ਤੇ ਉਹ ਸਾਰੀਆਂ ਬੀਬੀਆਂ ਬੈਠੀਆਂ, ਤੇ ਪਾਤਸ਼ਾਹ ਜੀ ਨੇ ਕਾਫੀ ਸਮਾਂ ਜਦੋਂ ਵਿਚਾਰਾਂ ਦਿੱਤੀਆਂ ਗਿਆਨ ਦੀਆਂ, ਉਹਨਾਂ ਬੀਬੀਆਂ ਦੇ ਦਿਮਾਗ ਵੀ ਸੈੱਟ ਕਰਤੇ। ਕਹੋ ਸਤਨਾਮ। ਉਹ ਕਹਿੰਦੀਆਂ ਰਾਜਾ ਸਾਹਿਬ ਅਸੀਂ ਉਹਨੂੰ ਪਰਖਣ ਗਈਆਂ ਸੀ, ਉਹਨੇ ਸਾਨੂੰ ਪਰਖ ਲਿਆ। ਮੋਹਣ ਮੋਹੇ ਲਿਆ ਮਨ ਮੋਹੇ। ਬਾਬਾ ਨਾਨਕ ਕਹਿੰਦੇ ਮੈਨੂੰ ਤਾਂ ਮੋਹਿਆ ਹੋਇਆ ਪ੍ਰੀਤਮ ਨੇ, ਮੈਨੂੰ ਤੁਸੀਂ ਕੀ ਮੋਹੋਗੀਆਂ, ਮੈਨੂੰ ਪਤਾ ਲੱਗ ਗਿਆ ਤੁਸੀਂ ਲੈਣ ਕੀ ਆਈ। ਗੁਰ ਕੈ ਸ਼ਬਦ ਪਛਾਨਾ ਤੋਹੇ, ਗੁਰੂ ਦੀ ਕਿਰਪਾ ਨਾਲ ਮੈਂ ਤੁਹਾਨੂੰ ਪਛਾਣ ਲਿਆ, ਤੁਸੀਂ ਲੈਣ ਕੀ ਆਈਓ। ਮੋਹਣ ਮੋਹੇ ਲਿਆ ਮਨ ਮੋਹੇ, ਨਾਨਕ ਠਾਡਾ ਚਾਹੇ ਪ੍ਰਭੂ ਦੁਆਰ। ਇਹ ਨਾਨਕ ਤਾਂ ਪਰਮੇਸ਼ਰ ਦਾ ਘਰ ਮੰਗਦਾ, ਮੈਨੂੰ ਤੁਹਾਡੀ ਲੋੜ ਨਹੀਂ ਹੈ। ਭਾਵ ਕਿ ਪੂਰੀ ਜੱਜਮੈਂਟ ਕਰਨ ਤੋਂ ਬਾਅਦ ਇਹਨਾਂ ਰਿਪੋਰਟ ਦਿੱਤੀ ਜਾ ਕੇ ਰਾਜਾ ਸਾਹਿਬ ਇਹੀ ਅਸਲੀ ਨਾਨਕ ਲੱਗਦਾ। ਫਿਰ ਰਾਜਾ ਆ ਕੇ ਮਿਲਿਆ। ਇਸ ਕਰਕੇ ਆਪਾਂ ਗੱਲ ਕਰ ਰਹੇ ਸੀਗੇ ਕਿ ਸਾਨੂੰ ਉਹੇ ਜਿਹਾ ਹੋਣਾ ਪੈਣਾ ਹੈ ਜਿਹੋ ਜਿਹੇ ਨਾਲ ਰਲਣਾ, ਜਿਹਦੇ ਨਾਲ ਦੋਸਤੀ ਕਰੋਗੇ ਸਾਨੂੰ ਉਹੋ ਜਿਹਾ ਹੋਣਾ ਪੈਣਾ। ਜੈਸੀ ਸੰਗਤ ਵੈਸੀ ਰੰਗਤ। ਜੇ ਰੱਬ 'ਚ ਮਿਲਣਾ ਹੈ ਤੇ ਰੱਬ ਦਾ ਸੁਭਾਅ ਮਿੱਠਾ ਬੋਲਣਾ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਮਿੱਠਾ ਬੋਲਣਾ, ਮਿੱਠਾ ਬੋਲ ਕੇ ਸਭ ਨੂੰ ਜਿਹੜਾ ਹੈ ਸੁੱਖ ਦੇਵੇ, ਦੁੱਖ ਨਾ ਦੇਵੇ। ਕੌੜਾ ਬੋਲ ਕੇ ਧਰਮ ਕਰਤਾ ਧਰਮ ਕਰਤ ਕਰ ਦਰਬ ਕਮਾਵੈ, ਵੰਡ ਸਕਨਾ ਵੰਟ ਅਥੇਨ ਕੋ ਪਾਵਨ। ਤੇ ਇਸ ਕਰਕੇ ਧਰਮ ਦੀ ਕਿਰਤ ਕਰੋ, ਉਹਦੇ ਵਿੱਚੋਂ ਵੀ ਲੋੜਵੰਦਾਂ ਦੀ
ਬਿਤ ਮੁਤਾਬਕ ਮਦਦ ਕਰਨੀ ਕਰੋ। ਸਮਸਤਾ ਉਪਰ ਵਸਤਰ ਨਾ ਰਖੈ ਮਲੀਨਾ ਤਿਮ ਕਾਇਆ ਕੋ ਨਿਤ ਮਲਹੀ। ਜਿਵੇਂ ਤੁਸੀਂ ਬਾਹਰਲੇ ਕੱਪੜੇ ਧੋ ਕੇ ਪਾਉਣੇ ਹੋ, ਸਵੇਰੇ ਪਾਏ ਸ਼ਾਮ ਨੂੰ ਬਦਲ ਲੈਂਦੇ ਹੋ, ਦੂਜੇ ਦਿਨ ਨਵੇਂ ਪਾ ਲੈਂਦੇ ਹੋ, ਜਿਸ ਤਰ੍ਹਾਂ ਬਾਹਰਲੇ ਕੱਪੜੇ ਆਪਾਂ ਗੰਦੇ ਨਹੀਂ ਰੱਖਦੇ, ਆਪਣੀ ਸੁੱਤ ਨੂੰ ਵੀ ਅੰਦਰੋਂ ਗੰਦੀ ਨਾ ਹੋਣ ਦਿਓ, ਕਦੇ ਵੀ ਮਲੀਨ ਮੈਲੀ ਨਾ ਹੋਣ ਦਿਓ। ਇਹ ਸਰੀਰ ਨੂੰ ਅੰਦਰੋਂ ਵੀ ਸਾਫ਼ ਰੱਖਣਾ ਕਰੋ ਜੀ। ਸੰਗਾ ਚੋਰ ਯਾਰ ਵਟ ਪਾਰ ਜੁਆਰੇ ਕਿਰਤ ਘਾਣਾ ਬੰਚਕਾ ਛਲੇ ਕੋਚਾਰੇ। ਇਹਨਾਂ ਦੀ ਸੰਗਤ ਨਹੀਂ ਕਰਨੀ ਮੇਰੇ ਸਿੱਖਾਂ ਨੇ। ਜਿਹੜਾ ਰੱਬ ਨੂੰ ਪਾਉਣਾ ਚਾਹੁੰਦਾ ਉਹ ਇਹਨਾਂ ਦੀ ਕਦੇ ਸੰਗਤ ਨਾ ਕਰੇ। ਕੁਸੰਗਤ ਜੈਸੀ ਸੰਗਤ ਵੈਸੀ ਰੰਗਤ। ਚੋਰ ਯਾਰ ਵੱਟ ਪਾਰ ਹੁੰਦੇ, ਵੱਟ ਮਾਰ ਹੁੰਦੇ ਨੇ, ਜਿਹੜੇ ਰਸਤਿਆਂ ਵਿੱਚ ਖੜ ਜਾਂਦੇ, ਜਿਵੇਂ ਰਾਤ ਨੂੰ ਸੁੰਨੀਆਂ ਥਾਵਾਂ 'ਤੇ ਖੜ ਜਾਂਦੇ ਆ ਅਤੇ ਉੱਥੋਂ ਲੰਘਦਿਆਂ ਨੂੰ ਲੁੱਟ ਲੈਂਦੇ ਆ। ਜੁਆਰੀਏ ਜੂਆ ਖੇਡਣ ਵਾਲਿਆਂ ਦੇ ਕੋਲੇ ਨਾ ਬੈਠੋ। ਕਈ ਵਾਰੀ ਕਹਿੰਦੇ ਟਾਈਮ ਹੀ ਟਪਾਉਣਾ, ਉਹ ਬੋਰਡ ਥੱਲੇ ਚੱਲਦੇ ਆ, ਉੱਥੇ ਸ਼ਾਮੇ ਬੈਠਾਂਗੇ, ਨਾਲੇ ਤਾਸ਼ ਦੀਆਂ ਬਾਜ਼ੀਆਂ ਦੇਖਾਂਗੇ। ਉਹ ਵੀ ਤੁਹਾਡਾ ਨੁਕਸਾਨ ਕਰਨਗੇ। ਜੇ ਰੱਬ ਨੂੰ ਮਿਲਣਾ ਹੈ ਤੇ ਜੂਏ ਵਾਲਿਆਂ ਕੋਲੇ ਵੀ ਨਹੀਂ ਜਾ ਕੇ ਬੈਠਣਾ। ਕਹੋ ਸਤਨਾਮ। ਉਸ ਫੱਟੇ ਦੀ ਨਹੀਂ ਬਹਿਣਾਗਾ ਜਾ ਕੇ। ਜੇ ਤੁਸੀਂ ਰਹਿ ਨਹੀਂ ਰਹੇ, ਸੋਈ ਸਿੱਖ ਮੇਰੇ ਵਾਲੀ ਕਥਾ ਜਿਹੜੀ ਹੈ ਸਮਝਣੀ ਹੈ ਗੁਰੂ ਸਾਹਿਬ ਦੀ, ਰਹਿਤ ਵਹਿਤ ਵਿੱਚ ਆਉਣਾ, ਤੇ ਫਿਰ ਇੰਨੀਆਂ ਗੱਲਾਂ ਸਮਝਣੀਆਂ ਪੈਣੀਆਂ। ਜੂਏ ਵਾਲਿਆਂ ਦੀ ਸੰਗਤ ਨਹੀਂ ਕਰਨੀ, ਅਕਿਰਤ ਘਣਾਂ ਦੀ ਸੰਗਤ ਨਹੀਂ ਕਰਨੀ। ਕੌਣ ਅਕਿਰਤ ਘਣ? ਜਿਹੜੇ ਗੁਰੂ ਸਾਹਿਬ ਨੂੰ ਮਾੜਾ ਬੋਲਦੇ ਆ, ਜਿਹੜੇ ਆਪਣੇ ਵੱਡਿਆਂ ਨੂੰ ਮਾੜਾ ਬੋਲਦੇ ਆ, ਜਿਨ੍ਹਾਂ ਦੇ ਪਿੱਛੇ ਗੁਰੂ ਸਾਹਿਬਾਂ ਨੇ ਜੀਵਨ ਲਾ ਦਿੱਤੇ ਆਪਣੇ। ਬਾਬੇ ਨਾਨਕ ਦੀ ਜ਼ਿੰਦਗੀ ਸਾਰੀ ਲੱਗ ਗਈ, 10ਵੇਂ ਪਾਤਸ਼ਾਹ ਦਾ ਸਰਬੰਸ ਲੱਗ ਗਿਆ, 9ਵੇਂ ਪਾਤਸ਼ਾਹ ਸ਼ਹੀਦੀ ਪਾ ਗਏ, 5ਵੇਂ ਪਾਤਸ਼ਾਹ ਸੱਚ ਤੇ ਖੜ ਕੇ ਸ਼ਹੀਦੀਆਂ ਪਾ ਗਏ। ਕਿ ਆਸਾ ਜੀ ਦਾ ਸ਼ੁਕਰੀਆ ਨਹੀਂ ਕਰਨਾਗਾ, ਪਰ ਕਿੱਡੇ ਮੂਰਖ ਲੋਕ ਹੈ। ਸ਼ੁਕਰੀਆ ਕਰਨ ਤਾਂ ਦੂਰ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਾਣ ਬੁੱਝ ਕੇ ਬੇਅਦਬੀ ਕਰਦੇ ਤੇ ਕਰਵਾਉਂਦੇ ਆ। ਕਹੋ ਸਤਨਾਮ। ਉਹ ਅਕਿਰਤ ਘਣ ਹੈ। ਔਰ ਅਕਿਰਤ ਘਣ ਬੰਦਾ ਜਿਹੜਾ ਹੈ ਉਹ ਕੁੱਤੇ ਦੇ ਮਾਸ ਤੋਂ ਵੀ ਮਾੜਾ ਹੈ। ਮਦ ਵਿੱਚ ਰਿੱਧਾ ਪਾਇਕ ਹੈ ਕੁੱਤੇ ਦਾ ਮਾਸ, ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ। ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਰਸਤੇ ਦੇ ਵਿੱਚ ਪੁੱਛਿਆ ਲਾਹੇ ਵਿਸ਼ਵਾਸ। ਕੋਈ ਬੀਬੀ ਸਾਫ ਸਫਾਈ ਕਰਨ ਵਾਲੀ, ਜਿਨ੍ਹਾਂ ਦੇ ਘਰੇ ਮੀਟ ਮਾਸ ਬਣਦਾ, ਸ਼ਰਾਬਾਂ ਚੱਲਦੀਆਂ, ਉਹਨਾਂ ਦੇ ਘਰੇ ਸਫਾਈ ਕਰਦੀ ਆ। ਹੱਥ ਨੇ ਉਹ ਵੀ ਰੋਟੀ ਲੈ ਚੱਲੀ। ਕੋਈ ਖੋਪੜੀ ਪਈ ਸੀ, ਉਹਦੇ ਵਿੱਚ ਹੀ ਪਾ ਲਿਆ ਉਸਨੇ ਖਾਣ ਵਾਸਤੇ ਕੁੱਤੇ ਦਾ ਬਣਿਆ ਹੋਇਆ ਮਾਸ, ਉੱਤੋਂ ਖੂਨ ਦਾ ਲਿਬੜਿਆ ਕੱਪੜਾ ਦੇ ਲਿਆ। ਤੁਰੀ ਜਾ ਰਹੀ ਆ, ਰਸਤੇ ਵਿੱਚ ਕੋਈ ਜਾਣੇ ਪਛਾਣੇ ਮਿਲ ਗਿਆ। ਕਹਿੰਦਾ ਕੀ ਲਈ ਜਾਂਦੀ ਆ? ਕਹਿੰਦੀ ਕਿਉਂ? ਵੈਸੇ ਹੀ ਪੁੱਛ ਲਿਆ, ਦਿਖਾ ਤਾਂ ਕੀ ਹੈ? ਤੈਨੂੰ ਕੀ, ਮੇਰੀ ਖਾਣ ਵਾਲੀ ਵਸਤੂ ਹੈ। ਕਹਿੰਦੀ ਖਾਣ ਵਾਲੀ ਹੈ ਤਾਂ ਕੱਪੜਾ ਕਿੰਨਾ ਗੰਦਾ ਦਿੱਤਾ ਉੱਤੇ ਪਾਉਣਾ। ਕਹਿੰਦਾ ਵਿਖਾ ਤਾਂ ਕੀ ਹੈ? ਕਹਿੰਦੀ ਮੈਂ ਨਹੀਂ ਵਿਖਾਉਂਦੀ, ਕੀ ਪਤਾ ਤੂੰ ਅਕਿਰਤ ਘਣ ਹੋਵੇਂ, ਆਪਣੇ ਵੱਡਿਆਂ ਦੀਆਂ ਕੀਤੀਆਂ ਨੂੰ ਭੁੱਲ ਗਿਆ ਹੋਵੇਂ, ਤੇਰੀ ਨਿਗਾਹ ਪੈ ਕੇ ਮੇਰਾ ਇਹ ਖਾਣ ਦਾ ਸਮਾਨ ਖਾਣ ਯੋਗ ਨਹੀਂ ਰਹਿਣਾ। ਦੱਸੋ, ਬੰਦਾ ਉਸ ਕੁੱਤੇ ਦੇ ਮਾਸ ਤੋਂ ਵੀ ਮਾੜਾ ਜਿਹੜਾ ਅਕਿਰਤ ਘਣ ਹੈ, ਜਿਹੜਾ ਗੁਰੂਆਂ ਦੀਆਂ ਸ਼ਹੀਦਾਂ ਦੀਆਂ ਵੱਡਿਆਂ ਦੀਆਂ ਕੀਤੀਆਂ ਹੋਈਆਂ ਨੂੰ ਭੁੱਲ ਜਾਂਦਾ ਤੇ ਫਿਰ ਮਨ ਮਰਜ਼ੀ 'ਤੇ ਉਤਰਦਾ। ਔਰ ਉਹ ਜੋ ਕਿੱਡੇ ਕਿਰਤ ਘਣ ਹੋਣਗੇ ਜਿਨ੍ਹਾਂ ਨੇ ਕਈ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ, ਇਹੋ ਜਿਹੇ ਲੋਕਾਂ ਦੀ ਕਦੇ ਵੀ ਆਪਾਂ ਸੰਗਤ ਨਹੀਂ ਕਰਨੀ। ਬੰਚਕ ਠੱਗਾਂ ਦੀ ਸੰਗਤ ਨਹੀਂ ਕਰਨੀ, ਛਲ ਕਰਨ ਵਾਲਿਆਂ ਦੀ, ਕੁਚਾਰੀ ਮਾੜੀ ਚਾਲ ਚੱਲਣ ਵਾਲਿਆਂ ਦੀ। ਸੁਪਨੇ ਮਹਿ ਪੀਨ ਕੀ ਸੰਗਤਾ ਕਰੇ ਨ ਕਬਹੁ ਥਿਰ ਨਾ ਪੰਗਤਾ। ਇਹਨਾਂ ਦੀ ਸੰਗਤ ਵਿੱਚ ਕਦੇ ਨਹੀਂ ਬੈਠਣਾਗਾ, ਇਹਨਾਂ ਤੋਂ ਬਚ ਕੇ ਰਹਿਣਾ ਹੈ ਜੀ। ਜਿਸੇ ਅਨਾ ਤੇ ਬਿਸਹੀ ਨਰ ਗੁਰੋ ਲੱਖ ਦੁਰਜਨ ਤਤ ਛਿਨ ਪਰ ਹਰ। ਸ਼ਰਾਬ ਤੋਂ ਸ਼ਰਾਬੀ ਮਾੜਾ ਹੈ, ਵਿਸ਼ੇ ਵਿਕਾਰਾਂ ਤੋਂ ਜਿਹੜਾ ਵਿਸ਼ਈ ਪੁਰਖ ਹੈ, ਜਿਹੜਾ ਮਨੁੱਖ ਮਾੜਾ ਹੈ, ਵਿਸ਼ੇ ਵਿਕਾਰ ਭੋਗਦਾ ਜਿਹੜਾ, ਉਹ ਵਿਸ਼ੇ ਵਿਕਾਰਾਂ ਤੋਂ ਵੀ ਮਾੜਾ ਹੈ। ਸੱਚੋਂ ਉਰੇ ਸਭ ਕੋ ਸੱਚ ਸਭ ਤੋਂ ਉੱਚਾ ਹੈ, ਪਰ ਜਿਹਨੇ ਸੱਚ ਧਾਰਨ ਕਰ ਲਿਆ ਉਹ ਸਭ ਤੋਂ ਉੱਚਾ ਹੈ। ਤੇ ਵਿਸ਼ੇ ਵਿਕਾਰਾਂ ਤੋਂ ਵੀ ਮਾੜਾ ਵਿਸ਼ਈ ਬੰਦਾ ਹੈ। ਲੱਖ ਦੁਰਜਨ ਤਤਸ਼ਿਨ ਪਰ ਹਰੋ। ਇਹੋ ਜਿਹੇ ਬੰਦੇ ਨੂੰ ਦੇਖ ਕੇ ਤੁਰੰਤ ਦੂਰ ਦੀ ਲੰਘ ਜਾਓ। ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ। ਜਿਵੇਂ ਵਾਸਨ ਕਾਰੋ ਪਰਸ਼ੀਐ ਤਉ ਕਿਛ ਲਾਗੈ ਦਾਗ। ਜਥਾ ਅਗਨ ਤੇ ਲੋਹ ਤਪਾਇਓ ਦੇ ਪਤ ਜਾਤ ਨਹਿ ਹਾਥ ਛੁਪਾਇਓ। ਜਿਵੇਂ ਅੱਗ ਨਾਲ ਗਰਮ ਹੋਇਆ ਲੋਹਾ, ਉਹਨੂੰ ਹੱਥ ਨਾ ਲਾ ਲਿਓ, ਉਹਦੀ ਸੰਗਤ ਨਾ ਕਰਿਓ, ਨਹੀਂ ਤਾਂ ਹੱਥ ਸਾੜ ਦੂਗਾ। ਇਸ ਕਰਕੇ ਖੈਰ ਇਸ ਵਿਸ਼ੇ 'ਤੇ ਹੋਰ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ 'ਤੇ ਆ।
ਅੱਗੇ ਚੱਲਦਾ ਸ਼ਬਦ ਸਤਸੰਗ ਦਾ। ਸਤਸੰਗ ਕੈਸੀ ਹੋਣੀ ਚਾਹੀਏ, ਵਿਚਾਰਾਂ ਕਰਦੇ ਹਾਂ, ਅਨੇਕਾਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁਤ ਹੈ ਪਾਰ ਬ੍ਰਹਮ ਅਵਿਨਾਸੀ, हे पूरन हे सर्व मैं, हे संगी हे निरंकार हे निर्गुण, हे गोविंद हे गुण निधान, हे अपरंपर हरे हरे, हे संत कै सदा संग, हे ठाकुर हूँ दासरो, नानक दीजै नाम दान, आए प्रभ शरणागति, एक अखर हर मन बसत, एक ओंकार सतगुरु, वाहिगुरु जी की फतेह है, वाहिगुरु जी की फतेह है। वाहिगुरु जी का खालसा, बहुत बहुत धन्यवाद। सरबत